ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਰਾਂਮਾਹ ਮਾਂਝ ਮਹੱਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਚੇਤ ਗੋਵਿੰਦ ਅਰਾਧਿਐ ਹੋਵੈ ਆਨੰਦ ਕਣਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਬਣਾ। ਚੇਤ ਗੋਵਿੰਦ ਅਰਾਧਿਐ ਹੋਵੈ ਆਨੰਦ ਕਣਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਬਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ। ਇਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ। ਜਿਣੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ। ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ ਬਖਸ਼ਿੰਦ ਮਹਿਰਮ ਸਮਰੱਥ ਗੁਰੂ ਪ੍ਰਤੱਖ ਗੁਰੂ ਹਾਜ਼ਰਾ ਹਜ਼ੂਰ ਗੁਰੂ ਜ਼ਾਹਰਾ ਜ਼ਹੂਰ ਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਗੁਰਮੁਖ ਜਨੋ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੱਜ ਅਸਾਂ ਨੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਾਸੋਂ ਰਾਗ ਮਾਂਝ ਦੇ ਵਿੱਚ 12 ਮਾਹ ਨਾਮਕ ਬਾਣੀ ਦੇ ਪ੍ਰਾਰੰਭਕ ਮਹੀਨੇ ਨੂੰ ਸ਼ਰਵਣ ਕੀਤਾ। ਸ਼ਬਦ ਅਸਾਂ ਨੇ ਸ਼ਰਵਣ ਕੀਤਾ 12 ਮਾਹ ਮਾਂਝ ਮਹੱਲਾ ਪੰਜਵਾ ਘਰ ਚੌਥਾ। ਇਹ ਸ਼ਬਦ ਇਸ ਬਾਣੀ ਦਾ ਜੇਕਰ ਕੀਰਤਨ ਕਰਨਾ ਹੋਵੇ ਤੇ ਤਬਲੇ ਦੇ ਚੌਥੇ ਘਰ ਦੇ ਵਿੱਚ ਕੀਤਾ ਜਾਏ ਤੇ ਆਤਮਕ ਪ੍ਰਫੁੱਲਤਾ ਹੋਰ ਵੀ ਵਧੇਕ ਹੋਏਗੀ। ਮਹਾਰਾਜ ਜੀ ਨੇ ਕਿਰਪਾ ਕੀਤੀ, ਕਦੀ ਭੁੱਲੀ ਨਾ ਇੱਕ ਓੰਕਾਰ। ਉਹ ਮੇਰਾ ਮਾਲਕ ਇੱਕ ਹੈ, ਉਸ ਵਰਗਾ ਕੋਈ ਦੂਜਾ ਨਹੀਂ। ਉਹ ਲਾਸਾਨੀ ਹੈ, ਅਦੁੱਤੀ ਹੈ। ਤੇ ਐਸੇ ਪਰਮਾਤਮਾ ਤੱਕ ਪਹੁੰਚਣਾ ਹੀ ਸਾਡਾ ਮੂਲ ਮਕਸਦ ਹੈ, ਮੁੱਖ ਨਿਸ਼ਾਨਾ ਹੈ। ਤੇ ਪਹੁੰਚਿਆ ਕਿਵੇਂ ਜਾਏਗਾ? ਪੂਰੇ ਗੁਰੂ ਦੀ ਕਿਰਪਾ ਦੇ ਨਾਲ, ਪੂਰੇ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਉਹ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਪ੍ਰਗਟ ਹੋਏਗਾ। ਗੁਰਮੁਖਾਂ ਪਾਸੋਂ ਅਸਾਂ ਨੇ ਚੇਤ ਸ਼ਬਦ ਜਿਸ ਵੇਲੇ ਸ਼ਰਵਣ ਕੀਤਾ, ਇਸ ਦੇ ਦੋ ਅਰਥ ਨੇ। ਇੱਕ ਚੇਤ ਦਾ ਮਹੀਨਾ, ਬਾਹਰੋਂ ਜਿੰਨੇ ਵੀ ਪੱਤ ਝੜਦੇ ਸਮੇਂ ਦੇ ਵਿੱਚ ਪੱਤੇ ਝੜ ਚੁੱਕੇ ਸਨ, ਦਰਖਤਾਂ ਦੀ ਪੱਤ ਝੜ ਗਈ ਸੀ
ਸਮਾਂ ਆਇਆ ਹੁਣ ਨਵੇਂ ਕੂਲੇ ਕੂਲੇ ਪੱਤੇ ਨਿਕਲਣੇ ਸ਼ੁਰੂ ਹੋਏ। ਮੁੜ ਐਸੇ ਬ੍ਰਿਕਸ਼ਾਂ ਦੇ ਉੱਤੇ ਹਰਿਆਵਲ ਆਉਣੀ ਸ਼ੁਰੂ ਹੋ ਗਈ, ਮਾਨੋ ਹੁਣ ਬ੍ਰਿਕਸ਼ਾਂ ਨੇ ਹਰੇ ਰੰਗ ਦੇ ਕੱਪੜੇ ਪਾ ਲਏ। ਸਾਰੀ ਬਨਸਪਤੀ ਹਰੀ ਭਰੀ ਹੋ ਗਈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੂੰ ਕਹਿੰਦਾ ਇਹ ਚੇਤ ਦਾ ਮਹੀਨਾ ਹੈ ਤੇ ਨਿਸ਼ਾਨੀ ਕੀ ਹੈ? ਬਾਹਰ ਪਹਿਲਾਂ ਜੋ ਟਾਹਣੀਆਂ ਸੁੱਕੀਆਂ ਸੁੱਕੀਆਂ ਦਿਸਦੀਆਂ ਸਨ, ਕੋਈ ਪੱਤਾ ਵੀ ਨਹੀਂ ਸੀ ਰਹਿ ਗਿਆ, ਤੇ ਤੈਨੂੰ ਹਰਿਆਵਲ ਦਾ ਪਤਾ ਲੱਗਾ ਤੇ ਉਸੇ ਵੇਲੇ ਕਹਿ ਦਿੱਤਾ ਕਿ ਹੁਣ ਚੇਤ ਦਾ ਮਹੀਨਾ, ਬਸੰਤ ਦੀ ਰੁੱਤ ਆ ਚੁੱਕੀ ਹੈ। ਐ ਮਨਾ, ਤੂੰ ਆਪਣੇ ਅੰਦਰ ਝਾਤ ਮਾਰ ਕੇ ਦੇਖ ਕਿ ਤੇਰੇ ਅੰਦਰ ਹਰਿਆ ਭਰਿਆ ਹੈ, ਕਿ ਤੇਰੇ ਅੰਦਰ ਇਹ ਬਸੰਤ ਦੀ, ਇਹ ਚੇਤ ਦੀ ਰੁੱਤ ਆਈ ਕਿ ਨਹੀਂ ਆਈ। ਕਿਉਂਕਿ ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾਪੁਰੀ, ਸੇ ਅਹਨਿਸ ਫਿਰਹਿ ਜਲੰਤ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਪ੍ਰਗਟ ਹੋ ਜਾਏ, ਉਹਨਾਂ ਵਾਸਤੇ ਬਸੰਤ ਹੈ, ਤੇ ਬਾਕੀਆਂ ਵਾਸਤੇ ਤੇ ਭਾਦੋਂ ਦਾ ਮਹੀਨਾ ਹੈ। ਅੱਗ ਵਰਦੀ ਪਈ ਹੈ, ਹਿਰਦੇ ਵਿੱਚ ਸ਼ੀਤਲਤਾ ਹੀ ਕੋਈ ਨਹੀਂ ਆ ਰਹੀ। ਹਾੜ ਦਾ ਮਹੀਨਾ, ਜੇਠ ਦਾ ਮਹੀਨਾ। ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਬਾਹਰੋਂ ਹਰਿਆਵਲ ਆਈ, ਹੁਣ ਅੰਦਰ ਵੀ ਹਰਿਆਵਲ ਆਏ। ਇਸ ਕਰਕੇ ਤੂੰ ਪਰਮਾਤਮਾ ਦਾ ਨਾਮ ਜਪ, ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਮੈਂ ਤੈਨੂੰ ਭਰਾ ਜਾਣ ਕੇ, ਤੈਨੂੰ ਨੇੜੇ ਦਾ ਸੰਬੰਧੀ ਜਾਣ ਕੇ ਇਹ ਗੱਲ ਕਹਿਣਾ, ਤੂੰ ਜਿਸ ਵੇਲੇ ਜਪੇਂਗਾ, ਤੇਰਾ ਅੰਦਰ ਵੀ ਜੋ ਜਨਮਾਂ ਜਨਮਾਂਤਰਾਂ ਦਾ ਸੁੱਕਾ ਪਿਆ, ਇਹ ਹਰਿਆ ਹੋ ਜਾਏਗਾ। ਹੁਣ ਸੱਚੇ ਪਾਤਸ਼ਾਹ ਜੀ ਸਾਡੇ 'ਤੇ ਕਿਰਪਾ ਕਰੋ। ਸਾਡੇ ਕੋਲੋਂ ਨਾਮ ਨਹੀਂ ਜਪਿਆ ਜਾਂਦਾ, ਮਜਬੂਰੀ ਹੈ। ਹੁਣ ਸਾਡੀ ਸਾਰਿਆਂ ਦੀ ਮਜਬੂਰੀ ਹੈ ਜੀ। ਜਿਨ੍ਹਾਂ ਦਾ ਪਿਆਰ ਬਣ ਜਾਏ, ਉਹਨਾਂ ਨੂੰ ਕਦੀ ਵਿਸਰਦਾ ਹੀ ਨਹੀਂ। ਪਰ ਜੇਕਰ ਅਜੇ ਪਿਆਰ ਨਹੀਂ ਬਣਿਆ, ਜ਼ੋਰ ਲੱਗਦਾ ਹੈ, ਸਾਨੂੰ ਥੋੜ੍ਹਾ ਜਿਹਾ ਔਖਾ ਵੀ ਲੱਗਦਾ ਹੈ, ਅਸੀਂ ਚਾਹੁੰਦੇ ਵੀ ਹਾਂ ਕਿ ਅਸੀਂ ਕਰੀਏ, ਪਰ ਫਿਰ ਵੀ ਉਸ ਸੰਪੂਰਨਤਾ ਦੇ ਵਿੱਚ ਕਰਮ ਨਹੀਂ ਹੁੰਦਾ ਪਿਆ, ਹੋ ਨਹੀਂ ਰਿਹਾ। ਤੇ ਸੱਚੇ ਪਾਤਸ਼ਾਹ ਜੀ ਹੁਣ ਇਸ ਸ਼ਬਦ ਦੇ ਵਿੱਚ, ਅੱਜ ਦੇ ਹੁਕਮਨਾਮੇ ਸਾਹਿਬ ਜੀ ਦੇ ਵਿੱਚ ਦੱਸ ਰਹੇ ਨੇ ਕਿ ਇੱਕ ਕਾਰਨ ਕਰਕੇ ਤੇਰੇ ਅੰਦਰ ਇਹ ਸਾਰਾ ਸੋਕਾ ਪੈ ਗਿਆ, ਤੇ ਇੱਕ ਕਾਰਨ ਤੈਨੂੰ ਦੱਸਦਾ ਹਾਂ, ਇੱਕ ਕੰਮ ਐਸਾ ਕਰ, ਤੇਰੇ ਅੰਦਰ ਪਰਮਾਤਮਾ ਦਾ ਨਾਮ ਜਪਣ ਦਾ ਚਾਅ ਪੈਦਾ ਹੋਏਗਾ। ਆਓ ਪ੍ਰੇਮ ਪੂਰਵਕ ਅਸੀਂ ਇਹ ਸ਼ਬਦ ਸ਼ਰਵਣ ਕਰੀਏ। 12 ਮਹਾ ਮਾਂਝ ਮਹੱਲਾ ਪੰਜਵਾ, ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਚੇਤ ਗੋਵਿੰਦ ਅਰਾਧੀਐ, ਹੋਵੇ ਆਨੰਦ ਕਣਾ। ਐ ਭਾਈ, ਚੇਤ ਦੇ ਮਹੀਨੇ ਦੇ ਵਿੱਚ ਉਸ ਪਰਮੇਸ਼ਵਰ ਦਾ ਆਰਾਧਨਾ ਕਰ, ਪਰਮੇਸ਼ਵਰ ਨੂੰ ਯਾਦ ਕਰ। ਚੇਤ ਦਾ ਮਹੀਨਾ ਜਿਸ ਵੇਲੇ ਆਵੇ ਤੇ ਤੂੰ ਯਾਦ ਰੱਖੀ, ਚੇਤੇ ਕਰਨਾ ਉਸ ਮਾਲਕ ਨੂੰ। ਫਿਰ ਕੀ ਹੋਵੇਗਾ? ਹੋਵੇ ਆਨੰਦ ਘਣਾ, ਤੈਨੂੰ ਘਣਾ ਆਨੰਦ ਮਿਲੇਗਾ, ਸੰਘਣਾ ਆਨੰਦ ਮਿਲੇਗਾ, ਜੋ ਕਦੀ ਵੀ ਟੋਟੇ ਵਿੱਚ ਨਹੀਂ ਆਏਗਾ। ਤੇ ਆਨੰਦ ਇੱਕ ਐਸੀ ਅਵਸਥਾ ਹੈ ਜਿਸ ਅਵਸਥਾ ਦੀ ਕਦੀ ਖੜੋਤ ਨਹੀਂ ਹੁੰਦੀ, ਕਦੀ ਘਾਟ ਨਹੀਂ ਪੈਂਦੀ। ਆਨੰਦ ਦੀ ਅਵਸਥਾ ਦੇ ਮਾਲਕ ਦੂਜੇ ਦਾ ਦੁੱਖ ਆਪਣੇ ਉੱਤੇ ਲੈ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਦੂਜੇ ਦਾ ਦੁੱਖ ਆਪਣੇ 'ਤੇ ਲੈ ਲਿਆ, ਵੱਧ ਤੋਂ ਵੱਧ ਕੀ ਹੋਏਗਾ? ਮੌਤ ਹੀ ਹੋ ਜਾਏਗੀ, ਹੋਰ ਕੀ ਹੋ ਜਾਏਗਾ? ਸਰੀਰ ਬਿਮਾਰ ਹੋ ਜਾਏਗਾ, ਮੌਤ ਹੀ ਹੋ ਜਾਏਗੀ। ਤੇ ਆਨੰਦ ਦੇ ਜੋ ਸਵਾਮੀ ਨੇ, ਜੋ ਆਨੰਦ ਮਾਣਦੇ ਨੇ ਉਸ ਰੂਹਾਨੀਅਤ ਜਗਤ ਦਾ, ਉਹ ਕਹਿੰਦੇ ਨੇ ਕੋਈ ਗੱਲ ਨਹੀਂ। ਜਿਵੇਂ ਕੱਪੜਾ ਫਟ ਜਾਏ ਤੇ ਸਾਨੂੰ ਬਹੁਤਾ ਦੁੱਖ ਨਹੀਂ ਨਾ ਹੁੰਦਾ, ਤੇ ਜਿਹੜੇ ਇੰਨੀ ਉੱਚੀ ਆਤਮਿਕ ਅਵਸਥਾ ਦੇ ਮਾਲਕ ਨੇ, ਉਹ ਦੂਜੇ ਦਾ ਦੁੱਖ ਆਪਣੇ 'ਤੇ ਲੈ ਕੇ ਤੇ ਆਪਣੇ ਸਰੀਰ ਨੂੰ ਤਿਆਗ ਦਿੰਦੇ ਨੇ। ਉਹਨਾਂ ਨੂੰ ਇੰਝ ਲੱਗਦਾ ਕਿ ਕੱਪੜਾ ਹੀ ਫਟਣਾ, ਫਿਰ ਕੀ ਆ, ਫਿਰ ਨਵਾਂ ਧਾਰਨ ਕਰ ਲਵਾਂਗੇ, ਕੋਈ ਗੱਲ ਨਹੀਂ, ਫਿਕਰ ਵਾਲੀ ਕੋਈ ਬਾਤ ਨਹੀਂ ਹੈ।
ਸੰਸਾਰੀ ਬੰਦੇ ਵਾਸਤੇ ਬਹੁਤ ਔਖਾ ਹੈ। ਸੰਸਾਰੀ ਬੰਦਾ ਕਹਿੰਦਾ ਹੈ ਕਿ ਸਾਡਾ ਸਭ ਕੁਝ ਵਿਕ ਜਾਏ ਪਰ ਸਾਨੂੰ ਮੌਤ ਕਦੀ ਨਾ ਆਏ। ਤੇ ਸੱਚੇ ਪਾਤਸ਼ਾਹ ਆਪ ਜੀ ਨੇ ਤੇ ਕਹਿ ਦਿੱਤਾ ਕਿ ਚੇਤ ਦਾ ਮਹੀਨਾ ਤਾਂ ਸਫਲਾ ਜੇ ਤੂੰ ਚੇਤੇ ਕਰੇਂਗਾ, ਤੂੰ ਚੇਤੇ ਕਰੇਂਗਾ, ਸਿਮਰਨ ਕਰੇਂਗਾ ਤੇ ਫਿਰ ਤੈਨੂੰ ਆਨੰਦ ਮਿਲੇਗਾ ਤੇ ਘਣਾ ਆਨੰਦ ਮਿਲੇਗਾ, ਜਿਹਦਾ ਕਦੀ ਟੋਟਾ ਨਹੀਂ ਆਏਗਾ। ਸਾਡੇ ਕੋਲ ਜਪਿਆ ਨਹੀਂ ਜਾਂਦਾ। ਸੱਚੇ ਪਾਤਸ਼ਾਹ ਦੱਸੋ ਫਿਰ ਕੀ ਕਰੀਏ? ਆਪ ਜੀ ਢੰਗ ਤਰੀਕਾ ਦੱਸੋ। ਹੁਣ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਠੰਡ ਦੇ ਪਹਾੜ ਨਾਮ ਤੇ ਰਸੀਏ, ਗੁਰ ਅਰਜੁਨ ਪ੍ਰਤੱਖ ਹਰ, ਪ੍ਰਤੱਖ ਹਰ ਪ੍ਰਤੱਖ ਪਰਮੇਸ਼ਵਰ ਜੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਰੂਪ ਧਾਰ ਕੇ ਸਾਨੂੰ ਬੜੇ ਪਿਆਰ ਤੇ ਬਹੁਤ ਦੁਲਾਰ ਦੇ ਨਾਲ ਸਮਝਾ ਰਹੇ ਨੇ ਕਿ ਤੁਹਾਨੂੰ ਇੱਕ ਕਾਰਜ ਦੱਸਦਾ ਹਾਂ, ਜੇ ਨਹੀਂ ਜਪਿਆ ਜਾਂਦਾ ਤੇ ਫਿਰ ਇੱਕ ਕਾਰਜ ਤੁਸੀਂ ਕਰੋ ਤੇ ਇਹ ਤੁਹਾਡੇ ਅੰਦਰ ਨਾਮ ਦਾ ਵਾਸਾ ਆਪੇ ਹੀ ਹੋਵੇਗਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਰੱਬ ਦਾ ਨਾਮ ਸਾਨੂੰ ਮਿਲੇ ਤੇ ਤੁਸੀਂ ਫਿਰ ਸੰਤਾਂ ਮਹਾਂਪੁਰਸ਼ਾਂ ਦੀ ਭਾਲ ਕਰੋ। ਹੋਣ ਵੀ ਪੂਰਨ, ਅਧੂਰੇ ਨਾ ਹੋਣ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ। ਜਿਸ ਵੇਲੇ ਪੂਰਨ ਸੰਤਾਂ ਮਹਾਂਪੁਰਖਾਂ ਨੂੰ ਮਿਲੋਗੇ, ਉਹਨਾਂ ਦੇ ਦਰਸ਼ਨ ਦੀਦਾਰੇ ਹੋਣਗੇ। ਦਰਸ਼ਨ ਡਿਠੇ ਲਹਿਨ ਵਿਜੋਗਾ, ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਦਰਸ਼ਨ ਨਾ ਕਹੀਏ ਕਿਉਂਕਿ ਦਰਸ਼ਨ ਲਿਖਿਆ ਨਹੀਂ ਹੈ, ਦਰਸ਼ਨ ਹੈ। ਦਰਸ਼ਨ ਭੇਟਤ ਹੋਤ ਨਿਹਾਲ। ਹੁਣ ਜਿਨ੍ਹਾਂ ਦੇ ਦਰਸ਼ਨ ਕਰਕੇ ਸਾਡੇ ਅੰਦਰ ਗੁਰੂ ਕੀ ਯਾਦ ਸ਼ੁਰੂ ਹੋ ਜਾਏ, ਗੁਰੂ ਕੀ ਯਾਦ ਵਸ ਜਾਏ, ਗੁਰੂ ਕੇ ਸ਼ਬਦ ਨੂੰ ਜਪਣ ਦਾ ਅੰਦਰ ਉਲਾਸ ਪੈਦਾ ਹੋਵੇ, ਕਹਿੰਦੇ ਨੇ ਐਸੇ ਸੰਤਾਂ ਮਹਾਂਪੁਰਸ਼ਾਂ ਨੂੰ ਮਿਲ। ਜੇ ਉਹਨਾਂ ਨੂੰ ਮਿਲੇਗਾ ਤੇ ਫਿਰ ਤੇਰੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋਵੇਗੀ। ਉਹਨਾਂ ਨੇ ਜੋ ਕਮਾਈ ਕੀਤੀ ਤੇਰੇ ਵੱਲ ਆਪੇ ਹੀ ਜਾਏਗੀ। ਜੋ ਉਹਨਾਂ ਨੇ ਗੁਰੂ ਕੇ ਸ਼ਬਦ ਨੂੰ ਜਪਿਆ, ਉਹ ਜੇ ਕਿਤੇ ਬਚਨ ਕਰ ਦੇਣਗੇ ਕਿ ਭਾਈ ਤੁਸੀਂ ਜਪਿਆ ਕਰੋ, ਤੇ ਬਸ ਫਿਰ ਤੂੰ ਸੱਜੇ ਖੱਬੇ ਅੱਗੇ ਪਿੱਛੇ ਨਾ ਦੇਖੀ, ਫਿਰ ਤੂੰ ਜਪਣਾ ਸ਼ੁਰੂ ਕਰ ਦੇਵੀਂ। ਕਿਉਂਕਿ ਮਹਾਂਪੁਰਖ ਕਦੀ ਕਿਸੇ ਨੂੰ ਨਾਮ ਜਪਣ ਦਾ ਕਹਿੰਦੇ ਨਹੀਂ। ਆਪ ਜੀ ਕਿਤੇ ਦੇਖੋ ਨਾ, ਸੰਤ ਬਾਬਾ ਆਨੰਦ ਸਿੰਘ ਜੀ ਸਮਾਧੀ ਲਾ ਕੇ ਬੈਠੇ ਨੇ, ਕਈ ਜਾਣੇ ਹੁੰਦੇ ਨੇ ਪ੍ਰਸ਼ਾਦਾ ਲੈ ਕੇ, ਮਹਾਂਪੁਰਖ ਦੇਖਦੇ ਤੱਕ ਨਹੀਂ। ਜੇ ਦੇਖਦੇ ਨੇ ਤੇ ਕੋਈ ਕਹਿੰਦਾ ਜੀ ਦੁੱਧ ਪੁੱਤ ਦੀ ਦਾਤ ਚਾਹੀਦੀ, ਮਹਾਂਪੁਰਸ਼ ਕੁਝ ਨਹੀਂ ਬੋਲਦੇ। ਕੋਈ ਕਹਿੰਦਾ ਜੀ ਇਹ ਡੰਗਰ 10-12 ਡੰਗਰ ਇਕੱਠੇ ਬਿਮਾਰ ਹੋ ਗਏ, ਮੌਤ ਹੋ ਗਈ, ਬਾਬਾ ਜੀ ਲੱਗਦਾ ਕਿਸੇ ਨੇ ਕੁਝ ਕੀਤਾ ਕਰਾਇਆ। ਹਰ ਇੱਕ ਬੰਦਾ ਆਪੋ ਆਪਣੇ ਦੁੱਖ ਲੈ ਕੇ ਜਾ ਰਿਹਾ ਤੇ ਬਾਬਾ ਆਨੰਦ ਸਿੰਘ ਜੀ ਬਚਨ ਵੀ ਨਹੀਂ ਕਰਦੇ ਪਏ, ਕਿਉਂਕਿ ਮਹਾਂਪੁਰਖਾਂ ਨੂੰ ਪਤਾ ਹੁੰਦਾ ਜੇਕਰ ਕੋਈ ਬਚਨ ਕੀਤਾ ਤੇ ਸਾਡੀ ਕਮਾਈ ਅੱਗੇ ਚਲੀ ਜਾਏਗੀ। ਤੇ ਮਹਾਂਪੁਰਖਾਂ ਨੇ ਕਹਿਣਾ ਕੀ ਹੁੰਦਾ, ਭਾਈ ਨਾਮ ਜਪਿਓ। ਤੇ ਜੇਕਰ ਦੂਜੇ ਸਰੀਰ ਨੇ ਨਾਮ ਨਾ ਜਪਿਆ ਤੇ ਫਿਰ ਭਾਰ ਮਹਾਂਪੁਰਖਾਂ ਦੇ ਸਰੀਰ ਤੇ ਪੈ ਜਾਂਦਾ। ਇਸ ਕਰਕੇ ਮੋਸਟਲੀ ਮਹਾਂਪੁਰਖ, ਜ਼ਿਆਦਾਤਰ ਮਹਾਂਪੁਰਖ ਬੋਲਦੇ ਨਹੀਂ। ਤੇ ਜੇਕਰ ਕੋਈ ਮਹਾਂਪੁਰਖ ਕਹਿ ਦੇਗਾ ਨਾਮ ਜਪੋ, ਤੇ ਫਿਰ ਸਾਨੂੰ ਘੋਲ ਨਹੀਂ ਕਰਨੀ ਚਾਹੀਦੀ, ਸਾਨੂੰ ਦੇਰੀ ਨਹੀਂ ਕਰਨੀ ਚਾਹੀਦੀ। ਤੇ ਭਾਈ ਨੰਦ ਲਾਲ ਜੀ ਕਲਗੀਧਰ ਪਾਤਸ਼ਾਹ ਜੀ ਨੂੰ ਬਹੁਤ ਪ੍ਰੇਮ ਨਾਲ ਪੁੱਛਦੇ ਨੇ, ਮਹਾਰਾਜ ਜੀ ਕੀ ਐਸਾ ਕਰਮ ਕੀਤਾ ਜਾਏ ਕਿ ਜਿਹੜੇ ਕਰਮ ਦੇ ਕਰਨ ਨਾਲ ਸਾਡਾ ਦਿਲ ਦਿਮਾਗ ਰੋਸ਼ਨ ਹੋ ਜਾਏ, ਅੰਦਰ ਚਾਨਣ ਹੋ ਜਾਏ। ਤੇ ਕਲਗੀਧਰ ਪਾਤਸ਼ਾਹ ਜੀ ਨੇ ਜੋ ਬਚਨ ਕੀਤੇ, ਭਾਈ ਨੰਦ ਲਾਲ ਜੀ ਨੇ ਉਹ ਅੰਕਿਤ ਕੀਤੇ ਜੀ। ਭਾਈ ਨੰਦ ਲਾਲ ਜੀ ਨੇ ਆਖਿਆ, ਕਲਗੀਧਰ ਪਾਤਸ਼ਾਹ ਜੀ ਨੇ ਆਖਿਆ, ਜੇ ਤੂੰ ਅੰਦਰ ਹਿਰਦੇ ਦੇ ਵਿੱਚ ਆਪਣੇ ਦਿਲੋਂ ਦਿਮਾਗ ਦੇ ਵਿੱਚ ਰੋਸ਼ਨੀ ਲੋਚਦਾ ਹੈ, ਜੇ ਤੂੰ ਚਾਹੁੰਦਾ ਹੈ ਕਿ ਰੱਬ ਤੇਰੇ ਅੰਦਰ ਵਸ ਜਾਏ, ਫਿਰ ਇੱਕ ਕੰਮ ਕਰੀ ਨੰਦ ਲਾਲ ਕਿ ਖਾ ਕੇ ਕਦਮਸ਼ ਰੋਸ਼ਨੀ ਏ ਦਿਲ ਕੁਨਦ,
ਗਰ ਤੁਰਾ ਬਾ ਸਾਲਕਾਂ ਬਾਸ਼ਦ ਨਸਬ। ਤੂੰ ਪੂਰਨ ਸੰਤਾਂ ਮਹਾਂਪੁਰਖਾਂ ਦੇ ਨਾਲ ਕਿਤੇ ਮਿਲ ਪਵੇਂ ਨਾ, ਪੂਰਨ ਸੰਤਾਂ ਮਹਾਂਪੁਰਖਾਂ ਦੇ ਨਾਲ ਤੇਰਾ ਮਿਲਾਪ ਹੋ ਜਾਏ। ਉਹਨਾਂ ਨੇ ਬਚਨ ਕਰਨਾ ਹੈ, ਅਤੇ ਜੇ ਕਿਤੇ ਤੂੰ ਬਚਨ ਕਮਾ ਲਿਆ ਤੇ ਉਹਨਾਂ ਦੀ ਚਰਨ ਧੂੜ ਪੂਰੀ ਸ਼ਰਧਾ ਭਾਵਨਾ ਦੇ ਨਾਲ ਮਸਤਕ 'ਤੇ ਲਾਵੀਂ। ਸੰਤਾਂ ਮਹਾਂਪੁਰਸ਼ਾਂ ਦੀ ਚਰਨ ਧੂੜ ਮਸਤਕ 'ਤੇ ਲਾਈਏ ਤੇ ਜਨਮਾਂ ਜਨਮਾਂਤਰਾਂ ਦੇ ਪਾਪ ਦਗਦ ਹੋ ਜਾਂਦੇ ਨੇ। ਜਨਮਾਂ ਜਨਮਾਂਤਰਾਂ ਦਾ ਹਨੇਰਾ ਖਤਮ ਹੋ ਕੇ ਰੌਸ਼ਨੀ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਜਨਮਾਂ ਜਨਮਾਂਤਰਾਂ ਦੇ ਮਾੜੇ ਕਰਮ ਜਿਸ ਵੇਲੇ ਖਤਮ ਹੁੰਦੇ ਨੇ ਤੇ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ, ਖਾ ਕੇ ਕਦਮਸ਼ ਰੌਸ਼ਨੀਏ ਦਿਲ ਕੁਨਦ, ਗਰ ਤੁਰਾਬਾ ਸਾਲਕਾਂ ਬਾਸ਼ਦ ਨਸਬ। ਮਹਾਂਪੁਰਖਾਂ ਦੀ ਭਾਲ ਕਰ, ਮਹਾਂਪੁਰਖਾਂ ਦੀ। ਤੇ ਭਾਈ ਆਨੰਦ ਲਾਲ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਆਪ ਜੀ ਦੀ ਦਇਆ ਦੇ ਨਾਲ ਤੇ ਰੌਸ਼ਨੀ ਹੋ ਗਈ। ਮੈਂ ਤੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਿਉਂਕਿ ਸੰਗਤ ਵਿੱਚ ਬਹੁਤ ਸਾਰੇ ਐਸੇ ਨੇ ਜੋ ਕਹਿੰਦੇ ਨੇ ਕਿ ਸੰਤਾਂ ਮਹਾਂਪੁਰਖਾਂ ਸਾਧੂਆਂ ਦੇ ਬਾਬਤ ਸਾਨੂੰ ਕੋਈ ਲੋੜ ਨਹੀਂ ਪੈ ਸਕਦੀ, ਗੁਰੂ ਬਹੁਤ ਹੈ। ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭਾਈ ਮਹਾਂਪੁਰਖ ਗੁਰੂ ਕੇ ਸ਼ਬਦ ਵਿੱਚ ਲੀਨ ਹੁੰਦੇ ਨੇ, ਅਤੇ ਜੇਕਰ ਸਾਡੀ ਆਤਮਿਕ ਕਮਜ਼ੋਰੀ ਹੋਵੇ, ਸਾਡਾ ਅੰਦਰ ਕਮਜ਼ੋਰ ਹੈ, ਅਤੇ ਜੋ ਜੁੜੇ ਹੋਏ ਨੇ ਉਹਨਾਂ ਦੇ ਕੋਲ ਜਾ ਕੇ ਬੈਠੋਗੇ ਤੇ ਆਪਣੇ ਆਪ ਤੁਹਾਡਾ ਅੰਦਰ ਜੁੜ ਜਾਏਗਾ, ਘਾਲਣਾ ਨਹੀਂ ਘਾਲਣੀ ਪਏਗੀ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੋਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਕਿਉਂਕਿ ਗੁਰੂ ਦੀ ਉਪਾਧੀ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਦਿੱਤੀ, ਉਹ ਥਾਂ ਉਹ ਸਮਾਂ ਅਸੀਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਦਾ ਅਸੀਂ ਸੁਣਦੇ ਆ ਰਹੇ ਹਾਂ। ਪਰ ਸੱਚੇ ਪਾਤਸ਼ਾਹ ਜੀ ਨੇ ਇਹ ਪਹਿਲਾਂ ਹੀ ਬਚਨ ਕਰ ਦਿੱਤਾ ਸੀ ਕਿ ਸ਼੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਦੀ ਵਿਆਖਿਆ, ਅਕਾਲ ਪੁਰਖ ਜੀ ਦੀ ਵਿਆਖਿਆ ਅਤੇ ਮਹਾਂਪੁਰਖਾਂ ਦੀ ਵਿਆਖਿਆ ਹੈ। ਅਤੇ ਜੇਕਰ ਕੋਈ ਗੁਰੂ ਕੀ ਬਾਣੀ ਨੂੰ ਸੱਤ ਕਰਕੇ ਜਾਣੇਗਾ ਅਤੇ ਉਹਨਾਂ ਨੂੰ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣ ਦਾ ਸੁਭਾਗ ਸਮਾਂ ਮਿਲੇਗਾ। ਅਤੇ ਇਹ ਵੀ ਬਚਨ ਕੀਤਾ ਕਿ ਸਾਰਿਆਂ ਨੂੰ ਇਹ ਸੰਗਤ ਨਸੀਬ ਨਹੀਂ ਹੁੰਦੀ। ਅਤੇ ਮਹਾਰਾਜ ਜੀ ਕਹਿੰਦੇ ਨੇ, ਜਿਸ ਵੇਲੇ ਮਹਾਂਪੁਰਖਾਂ ਨੂੰ ਮਿਲੇਗਾ ਤੇ ਤੇਰੀ ਰਸਨਾ ਦੇ ਉੱਤੇ ਪਰਮੇਸ਼ਵਰ ਦਾ ਨਾਮ ਟਿਕ ਜਾਏਗਾ। ਮਹਾਂਪੁਰਖਾਂ ਨੇ ਆਪਣੀ ਕੀਤੀ ਹੋਈ ਕਮਾਈ ਤੇਰੀ ਝੋਲੀ ਪਾ ਦੇਣੀ ਹੈ। ਫਿਰ ਤੇਰੇ ਅੰਦਰ ਆਪਣੇ ਆਪ ਉਸ ਮਾਲਕ ਨੂੰ ਮਿਲਣ ਦਾ ਇਸ਼ਕ, ਉਸ ਮਾਲਕ ਨੂੰ ਮਿਲਣ ਦਾ ਸ਼ੌਂਕ ਪੈਦਾ ਹੋਏਗਾ ਅਤੇ ਫਿਰ ਤੂੰ ਨਾਮ ਸਿਮਰਨ ਅਭਿਆਸੀ ਹੋਵੇਂਗਾ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸਹਿ ਗਣਾ। ਜਿਨ੍ਹਾਂ ਨੇ ਇਸ ਮਨੁੱਖਾ ਜਨਮ ਨੂੰ ਧਾਰ ਕੇ ਗੁਰੂ ਵਾਲਾ ਹੋ ਕੇ ਗੁਰੂ ਕੇ ਸ਼ਬਦ ਨੂੰ ਜਪਿਆ ਤੇ ਪਰਮਾਤਮਾ ਦਾ ਮਿਲਾਪ ਹੋ ਗਿਆ, ਉਹਨਾਂ ਦਾ ਹੀ ਸੰਸਾਰ ਵਿੱਚ ਆਉਣਾ ਸਫਲਾ ਸਮਝੋ। ਉਹੀ ਸੰਸਾਰ ਵਿੱਚ ਆਏ ਨੇ, ਬਾਕੀ ਤਾਂ ਆਏ ਨਾ ਆਏ ਇੱਕ ਬਰਾਬਰ ਹੀ ਨੇ। ਖਾ ਲਿਆ, ਪੀ ਲਿਆ, ਸੌਂ ਲਿਆ, ਹੰਢਾ ਲਿਆ, ਹੱਸ ਲਿਆ, ਰੋ ਲਿਆ, ਬਸ ਬੰਦਾ ਮਿੱਟੀ ਹੋ ਗਿਆ। ਕਹਿੰਦੇ ਨੇ ਇਹਨਾਂ ਦਾ ਆਉਣਾ ਕੋਈ ਬਹੁਤੀ ਸੇਧ ਨਹੀਂ ਦੇ ਕੇ ਗਿਆ। ਦੂਜੇ ਕੀ ਸਿੱਖਣਗੇ ਕਿ ਸਾਡਾ ਬਾਪੂ ਪੈਗ ਲਾਉਂਦਾ ਹੁੰਦਾ ਸੀ, ਅਤੇ ਜੇ ਬਾਪੂ ਪੈਗ ਲਾਉਂਦਾ ਸੀ ਤਾਂ ਬੱਚਾ ਸੁਣਾ ਰਿਹਾ, ਅਤੇ ਕਿੱਥੇ ਸੁਣਾ ਰਿਹਾ? ਜਿੱਥੇ ਆਪ ਪੈਗ ਲਾਉਂਦਾ ਪਿਆ। ਅਤੇ ਸਾਹਮਣੇ ਬੈਠੇ ਨੇ, ਕੌਣ ਬੈਠੇ ਨੇ? ਪੈਗ ਲਾਉਣ ਵਾਲੇ ਬੈਠੇ ਨੇ। ਅਤੇ ਮੁੰਡਾ ਕਹਿੰਦਾ ਕਿ ਮੇਰਾ ਬਾਪੂ 2 ਬੋਤਲਾਂ ਪੀ ਜਾਂਦਾ ਸੀ, ਤੁਹਾਡਾ ਜਿਗਰਾ ਹੀ ਬੜਾ ਥੋੜ੍ਹਾ, 1.5 ਬੋਤਲ ਦੀ ਤੁਹਾਡੀ ਬੱਸ ਹੋ ਗਈ। ਮਰਦ ਬਣੋ, ਤਗੜੇ ਹੋਵੋ, 2 ਬੋਤਲਾਂ ਸ਼ਰਾਬ ਪੀਓ। ਫਿਰ ਦੂਜਾ ਕਹਿੰਦਾ ਜੇ ਸਾਹਮਣੇ ਬੈਠਾ ਹੈ, ਤੇਰੇ ਬਾਪੂ ਦੀਆਂ ਕਿਡਨੀਆਂ ਫੇਲ ਹੋ ਗਈਆਂ ਸੀ, ਉਹ ਕਿਵੇਂ ਹੋ ਗਈਆਂ ਸੀ? ਅਤੇ ਫਿਰ ਬੱਚਾ ਰੋ ਕੇ ਕਹਿੰਦਾ ਸ਼ਰਾਬ ਦੇ ਨਾਲ ਹੋ ਗਈਆਂ ਸੀ। ਤੇਰਾ ਮਤਲਬ ਤੂੰ ਸਾਡੀਆਂ ਕਿਡਨੀਆਂ ਫੇਲ ਕਰਨਾ ਚਾਹੁੰਦਾ? ਕਹਿੰਦਾ ਹੁਣ ਦੁੱਖ ਹੀ ਇੰਨਾ ਆ, ਭਾਵੇਂ ਕਿਡਨੀਆਂ ਫੇਲ ਹੋ ਜਾਣ, ਭਾਵੇਂ ਪੇਪਰ 'ਚ ਫੇਲ ਹੋ ਜਾਈਏ, ਹੁਣ ਪੀਣਾ ਹੀ ਪੀਣਾ ਆ, ਹੁਣ ਇਹ ਦਾਰੂ ਪੀਣੀ ਹੈ। ਸੋ ਕਹਿਣ ਦਾ ਅਰਥ ਇਹ ਹੈ, ਬੰਦਾ ਜਿਨ੍ਹਾਂ ਦੇ ਨਾਲ ਮਿਲਦਾ ਹੈ
ਉਹਨਾਂ ਦਾ ਜੀਵਨ ਧਾਰਨ ਕਰ ਲੈਂਦਾ, ਉਹਨਾਂ ਦੇ ਥਾਟਸ ਉਹਦੇ ਅੰਦਰ ਪ੍ਰਵੇਸ਼ ਕਰ ਜਾਂਦੇ ਨੇ। ਹੁਣ ਜਿਹੜੀ ਵਸਤੂ ਨੂੰ ਬਾਰ-ਬਾਰ ਯਾਦ ਕਰੇਗਾ ਉਹ ਵਸਤੂ ਇਹਦੇ ਤੱਕ ਪਹੁੰਚੇਗੀ। ਅਤੇ ਜੇ ਅਸੀਂ ਪਰਮਾਤਮਾ ਨੂੰ ਯਾਦ ਕਰਾਂਗੇ ਪਰਮਾਤਮਾ ਵੀ ਸਾਡੇ ਤੱਕ ਪਹੁੰਚੇਗਾ ਜੀ। ਅਤੇ ਪਰਮਾਤਮਾ ਸਾਡੇ ਤੱਕ ਪਹੁੰਚੇਗਾ, ਇਹ ਸ਼ਬਦ ਅਸੀਂ ਆਮ ਤੌਰ 'ਤੇ ਸੁਣਦੇ ਆ ਰਹੇ ਹਾਂ ਕਿ ਰੱਬ ਬੋੜ ਪਿਆ, ਰੱਬ ਆ ਗਿਆ। ਅਸਲ ਵਿੱਚ ਅਸੀਂ ਦੂਰ ਹੁੰਦੇ ਹਾਂ, ਪਰਮਾਤਮਾ 'ਤੇ ਹਰ ਥਾਂ 'ਤੇ ਪ੍ਰਗਟ ਹੈ। ਉਹਨੇ ਕਿਤੋਂ ਸਪੈਸ਼ਲ ਟਰੈਵਲ ਕਰਕੇ ਨਹੀਂ ਆਉਣਾ ਕਿ ਮੇਰਾ ਸਿੱਖ ਯਾਦ ਕਰਦਾ ਪਿਆ ਅਤੇ ਹੁਣ ਸੱਚਖੰਡ ਤੋਂ ਇਸ ਮਾਤ ਲੋਕ, ਇਸ ਮਿਰਤ ਲੋਕ ਦਾ ਰਸਤਾ ਇੰਨੇ ਘੰਟੇ ਦਾ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਟਰੈਵਲ ਕਰਕੇ ਆ ਰਹੇ ਨੇ। ਨਹੀਂ, ਐਸਾ ਨਹੀਂ ਹੈ। ਮਹਾਰਾਜ 'ਤੇ ਹਾਜ਼ਰ ਨਾਜ਼ਰ ਨੇ। ਸੱਚੇ ਪਾਤਸ਼ਾਹ ਜੀ ਕਿਤੇ ਗਏ ਨਹੀਂ, ਸਾਨੂੰ ਪਿਆਰ ਇੰਨਾ ਕਰਦੇ ਨੇ ਮਹਾਰਾਜ ਜੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਰੱਬ ਮਿਲਿਆ ਬਸ ਉਹਨਾਂ ਨੂੰ ਹੀ ਮਨੁੱਖਾ ਜਨਮ ਮਿਲਿਆ ਸਮਝੋ। ਅਤੇ ਹੁਣ ਰੱਬ ਕਿਹਨਾਂ ਨੂੰ ਮਿਲਿਆ? ਮਹਾਂਪੁਰਖਾਂ ਨੂੰ। ਇੱਕ ਗੁਰਮੁਖ ਪਿਆਰਿਆਂ ਨੇ ਜਗਿਆਸੂ ਬਿਰਤੀ ਦੇ ਨਾਲ ਇੱਕ ਬਾਤ ਪੁੱਛੀ ਸੀ। ਉਹਨਾਂ ਦੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਸੀ ਕਿ ਕੋਈ ਘਰ ਦਾ ਜੀ ਚੜ੍ਹਾਈ ਕਰ ਗਿਆ ਅਤੇ ਕਿੰਨੇ ਦਿਨਾਂ ਬਾਅਦ ਕਿਹੜੀ ਮਰਿਆਦਾ ਹੁੰਦੀ ਹੈ ਗੁਰਸਿੱਖੀ ਅਨੁਸਾਰ। ਅਤੇ ਦੂਜੀ ਬਾਤ, ਉਹਨਾਂ ਦਾ ਸ਼੍ਰੀ ਅਖੰਡ ਪਾਠ ਸਾਹਿਬ ਕਰਾਈਏ, ਜੇ ਕਰਾਈਏ ਤਾਂ ਕਿੱਥੇ ਕਰਾਈਏ। ਅਤੇ ਜੇ ਮੈਂ ਖੁਦ ਹੀ ਆਪਣੇ ਸਤਿਕਾਰਯੋਗ ਪਤੀ ਦੇਵ ਜੀ ਦੀ ਅਰਦਾਸ ਕਰਾਂ, ਮੈਂ ਖੁਦ ਹੀ ਪਾਠ ਕਰਾਂ ਅਤੇ ਕੀ ਫਲ ਮਿਲੇਗਾ। ਦਾਸ ਬੇਨਤੀ ਕਰੇ ਜੀ, ਬਹੁਤ ਚੰਗੀ ਗੱਲ ਹੈ। ਗੁਰੂ ਦਾ ਆਸਰਾ ਲੈ ਕੇ ਅਸੀਂ ਕਿਸੇ ਦੇ ਨਾਂ 'ਤੇ ਪਾਠ ਕਰੀਏ, ਬਹੁਤ ਚੰਗੀ ਬਾਤ ਹੈ। ਮੰਨ ਲਓ ਕਿ ਮੇਰੇ ਹੱਥ ਚਿੱਕੜ ਨਾਲ ਭਰੇ ਨੇ, ਹੱਥ ਚਿੱਕੜ ਨਾਲ ਭਰੇ ਨੇ, ਕਿਸੇ ਦੇ ਮੱਥੇ ਦੇ ਉੱਤੇ ਹਲਕਾ ਜਿਹਾ ਕਾਲੇ ਰੰਗ ਦਾ ਦਾਗ ਹੈ, ਤਵੇ ਦਾ ਲਾ ਲਓ, ਕਿਸੇ ਚੀਜ਼ ਦਾ ਲਾ ਲਓ। ਹੁਣ ਦੂਸਰੇ ਦਾ ਦਾਗ ਮਿਟਾਉਣਾ ਅਤੇ ਮੇਰੇ ਹੱਥ ਚਿੱਕੜ ਦੇ ਨਾਲ ਭਰੇ ਨੇ ਅਤੇ ਮੈਂ ਜੇਕਰ ਸਾਫ਼ ਕਰਾਂਗਾ ਤਾਂ ਸਾਰਾ ਮੂੰਹ ਲਿਬੜ ਜਾਏਗਾ। ਜਿਨ੍ਹਾਂ ਦੇ ਜੀਵਨ ਦੇ ਵਿੱਚ ਪਵਿੱਤਰਤਾ ਆ ਗਈ, ਜੋ ਮਹਾਂਪੁਰਖ ਪਰਮਾਤਮਾ ਦੇ ਘਰ ਤੱਕ ਪਹੁੰਚੇ ਨੇ, ਉਹਨਾਂ ਦੀ ਕੀਤੀ ਅਰਦਾਸ ਸਫਲੀ ਹੁੰਦੀ ਹੈ। ਬਾਣੀ ਵਿੱਚ ਆਉਂਦਾ ਹੈ ਨਾ ਜੀ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਜਨ ਬਣਨਾ ਪੈਂਦਾ ਅਤੇ ਨਾਮ ਜਪ ਕੇ ਉਹ ਹੀ ਕਿਸੇ ਰੂਹ ਤੱਕ ਪਹੁੰਚਾ ਸਕਦੇ ਨੇ। ਸਾਡੇ ਵਿੱਚ ਇੰਨੀ ਸਮਰੱਥਾ ਕਿੱਥੇ ਹੈ ਜੀ, ਅਸੀਂ ਨਾਮ ਜਪ ਕੇ ਕਿਸੇ ਤੱਕ ਪਹੁੰਚਾ ਦਈਏ। ਅਤੇ ਜੇ ਗੱਲ ਕਰੀਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ, ਉਹ ਮਰਿਆਦਾ ਰਹਿ ਨਹੀਂ ਗਈ ਕਿਤੇ ਵੀ ਗ੍ਰੰਥੀ ਸਿੰਘ ਪੂਰੇ ਬਾਣੇ ਦੇ ਧਾਰਨੀ ਹੋਣ, ਪੂਰੀ ਰਹਿਤ ਮਰਿਆਦਾ ਦੇ ਵਿੱਚ ਪ੍ਰਪੱਕ ਹੋਣ। ਗ੍ਰੰਥੀ ਸਿੰਘਾਂ ਦੀ ਜੋ ਮਰਿਆਦਾ ਹੁੰਦੀ ਸੀ ਨਾ ਜੀ, ਉਹ ਇਹ ਹੁੰਦੀ ਸੀ ਕਿ ਜਿਸ ਨੇ ਸੇਵਾ ਕਰਨੀ ਹੈ ਉਹ 2 ਘੰਟੇ ਦੀ ਰੋਲ ਤੋਂ ਪਹਿਲਾਂ ਆਪਣਾ ਨਿਤਨੇਮ ਕਰਦਾ ਹੈ। ਫਿਰ ਮੰਨ ਲਓ ਕਿਸੇ ਦੇ ਘਰ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼, ਉਹ 2.5 ਘੰਟੇ ਵੱਖਰਾ ਉਹਨਾਂ ਵਾਸਤੇ ਪਾਠ ਕਰਦਾ ਹੈ, ਵੱਖਰਾ। ਫਿਰ ਪ੍ਰਸ਼ਾਦਾ ਛਕਦਾ ਹੈ, 5 ਪਾਠ ਸ਼੍ਰੀ ਜਪਜੀ ਸਾਹਿਬ ਦੇ ਕਰਦਾ ਹੈ। 2 ਟਾਈਮ ਪ੍ਰਸ਼ਾਦਾ ਛਕਿਆ, 10 ਪਾਠ ਸ਼੍ਰੀ ਜਪਜੀ ਸਾਹਿਬ ਦੇ ਕੀਤੇ। ਸੱਚੇ ਪਾਤਸ਼ਾਹ ਪਰਿਵਾਰ ਨੂੰ ਬਲ ਬਖਸ਼ੋ, ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਬਖਸ਼ੋ। ਫਿਰ ਉਹ ਗ੍ਰੰਥੀ ਸਿੰਘ ਜਿੰਨਾ ਚਿਰ ਉਸ ਘਰ ਦੇ ਵਿੱਚ ਪਾਠ ਕਰਦਾ ਹੈ, ਉਹ ਫੋਨ ਨਹੀਂ ਯੂਜ਼ ਕਰਦਾ, ਉਹ ਗੁਰਮੰਤਰ ਜਾਰੀ ਰੱਖਦਾ, ਗੁਰਮੰਤਰ ਦੇ ਵਿੱਚ ਧਿਆਨ ਰੱਖਦਾ। ਪਾਠ ਕਰਦੇ ਅੱਖ ਚੁੱਕ ਕੇ ਨਹੀਂ ਦੇਖਦਾ। ਉਹ ਕਦੀ ਵੀ ਇੰਜ ਨਹੀਂ ਕਰਦਾ ਕਿ ਇੱਕ ਮੱਗ ਸਰੀਰ 'ਤੇ ਪਾਇਆ ਅਤੇ ਦੌੜ ਕੇ ਬਹਿ ਗਿਆ। ਉਹ ਸਿਰ ਦੇ ਕੇਸਾਂ ਦੀ ਚੋਟੀ ਤੋਂ ਲੈ ਕੇ ਪੈਰ ਦੇ ਨੋਹਾਂ ਤੱਕ ਸੰਪੂਰਨ ਇਸ਼ਨਾਨ ਕਰਦਾ, ਸੰਪੂਰਨ ਮਰਿਆਦਾ ਰੱਖਦਾ, ਸੁੱਚੇ ਬਸਤਰ ਪਾ ਕੇ ਫਿਰ ਗੁਰੂ ਮਹਾਰਾਜ ਜੀ ਦੀ ਗੋਦ ਵਿੱਚ ਬਿਰਾਜਮਾਨ ਹੁੰਦਾ ਹੈ, ਨਿਰਮਲ ਭਉ ਭਾਵਨੀ ਦੇ ਨਾਲ। ਇਸ ਢੰਗ ਦੇ ਨਾਲ ਜਿਸ ਵੇਲੇ ਕੋਈ ਗ੍ਰੰਥੀ ਸਿੰਘ ਹੋਵੇ, ਜਿਸ ਦੀ ਸੰਥਿਆ ਵੀ ਸੰਪੂਰਨ ਹੋ ਗਈ ਹੋਵੇ, ਸ਼ੁੱਧ ਉਚਾਰਨ ਹੋਵੇ ਅਤੇ ਜਿਸ ਦੀ ਰਸਨਾ 'ਤੇ ਰੱਬ ਦਾ ਵਾਸਾ ਹੋਵੇ, ਜੀਵਨ ਵਿੱਚ ਕਦੀ ਵਿਸ਼ੇ ਵਿਕਾਰ ਪੋਇਆ ਨਾ ਹੋਵੇ, ਉਹ ਜੇ ਕਰੇ ਅਰਦਾਸ, ਉਹਦੀ ਸੁਣੀ ਜਾਏਗੀ, ਉਹਦੀ ਮੰਨੀ ਜਾਏਗੀ।
ਤੇ ਮਹਾਂਪੁਰਖ ਜਿਹੜੇ ਰੱਬ ਦੇ ਘਰ ਤੱਕ ਪਹੁੰਚੇ ਨੇ ਉਹ ਤੇ ਬਸ ਬਚਨ ਕਰ ਦੇਣ ਤੇ ਆਪਣੀ ਕਮਾਈ ਦੇ ਨਾਲ ਦੂਜਿਆਂ ਦਾ ਪਾਰ ਉਤਾਰਾ ਕਰ ਦਿੰਦੇ ਨੇ। ਤੇ ਜੇਕਰ ਅਸੀਂ ਕਿਸੇ ਦੇ ਨਾਂ 'ਤੇ ਪਾਠ ਕਰਾਂਗੇ ਨਾ, ਬੜੀ ਚੰਗੀ ਬਾਤ ਹੈ। ਸਭ ਤੋਂ ਪਹਿਲਾਂ ਉਹਦਾ ਫਲ ਸਾਨੂੰ ਹੀ ਮਿਲਣਾ। ਸਾਡੇ ਮਨ ਦੀ ਮੈਲ ਕੱਟੀ ਜਾਣੀ ਹੈ, ਸਾਡੇ ਮਨ ਦੀ ਮੈਲ ਸਾਫ਼ ਹੋਏਗੀ। ਤੇ ਜੇਕਰ ਕੋਈ ਮਹਾਂਪੁਰਖ ਤੁਹਾਨੂੰ ਕਹਿ ਦੇ, ਸਾਨੂੰ ਕਹਿ ਦੇ ਭਾਈ ਉਸ ਰੂਹ ਵਾਸਤੇ ਪਾਠ ਕਰੋ, ਤੇ ਇਹਦਾ ਅਰਥ ਇਹ ਹੈ ਕਿ ਹੁਣ ਸਾਨੂੰ ਵੀ ਪਾਠ ਕਰਨ ਦਾ ਬਲ ਦੇ ਦਿੱਤਾ ਤੇ ਨਾਲੇ ਉਸ ਰੂਹ ਤੱਕ ਉਹਨਾਂ ਨੇ ਆਪਣੀ ਕਮਾਈ ਪਹੁੰਚਾ ਦਿੱਤੀ। ਸਾਡੇ ਕੀਤੇ ਪਾਠ ਦੇ ਨਾਲ ਨਹੀਂ ਉਹਦੀ ਮੁਕਤੀ ਹੋਣੀ, ਮੁਕਤੀ ਦੇ ਉਹਨਾਂ ਦੇ ਬਚਨਾਂ ਦੇ ਨਾਲ ਹੋਣੀ ਹੈ। ਇੱਥੇ ਐਸਾ ਬਿਲਕੁਲ ਨਹੀਂ ਸਮਝਣਾ ਕਿ ਖਾਲਸਾ ਕਿਸੇ ਸੰਤਾਂ ਮਹਾਂਪੁਰਖਾਂ ਨੂੰ ਗੁਰੂ ਮੰਨ ਕੇ ਚੱਲੇ। ਸੰਤ ਮਹਾਂਪੁਰਖ ਐਸੇ ਸੱਜਣ ਹਨ ਜਿਨ੍ਹਾਂ ਦੇ ਕੋਲ ਬੈਠ ਕੇ ਗੁਰੂ ਯਾਦ ਆਉਂਦਾ ਹੈ, ਗੁਰੂ ਦੇ ਪ੍ਰਤੀ ਪਿਆਰ ਪੈਦਾ ਹੁੰਦਾ ਹੈ। ਇਸ ਕਰਕੇ ਮਹਾਂਪੁਰਖਾਂ ਦੀ ਸੇਵਾ ਦੀ ਗੱਲ ਕੀਤੀ ਤੇ ਇਹ ਵਚਨ ਕੀਤਾ, ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੇ, ਵਿਣ ਸਿਰ ਸੇਵ ਕਰੀਜੈ। ਕੋਈ ਉਹਦੀ ਬਾਤ ਸੁਣਾਵੇ, ਅਸੀਂ ਆਪਣਾ ਸਿਰ ਲਾ ਕੇ ਉਹਦੀ ਸੇਵਾ ਕਰੀਏ, ਹਉਮੈ ਨੂੰ ਛੱਡ ਕੇ ਸੇਵਾ ਕਰੀਏ, ਸ਼ਰਮ ਹਿਆ ਨਾ ਕਰੀਏ ਕਿ ਮੈਂ ਇਹਦੀ ਕਿਵੇਂ ਸੇਵਾ ਕਰਾਂ, ਮੈਂ ਤਾਂ ਜ਼ਿਆਦਾ ਪੜ੍ਹਿਆ ਲਿਖਿਆ, ਮੈਂ ਤਾਂ ਜ਼ਿਆਦਾ ਅਮੀਰ ਹਾਂ, ਇਹਦੀ ਮੈਂ ਸੇਵਾ ਕਰਾਂ। ਇਹ ਮੇਰੇ ਸਾਹਮਣੇ ਹੈ ਕਿ ਕਹਿੰਦੇ ਨੇ ਨਹੀਂ, ਜਿਹੜਾ ਰੱਬ ਦੇ ਘਰ ਤੱਕ ਪਹੁੰਚ ਗਿਆ ਉਸ ਤੋਂ ਵੱਡਾ ਅਮੀਰ ਹੀ ਕੋਈ ਨਹੀਂ, ਰੱਬ ਦੇ ਘਰ ਤੱਕ ਪਹੁੰਚ ਗਿਆ ਉਸ ਤੋਂ ਵੱਡਾ ਹੈ ਹੀ ਕੋਈ ਨਹੀਂ। ਇਸ ਕਰਕੇ ਕੋਈ ਦਿਨਾਂ ਦਾ ਹੇਰ ਫੇਰ ਨਹੀਂ ਕਿ 13ਵੇਂ ਦਿਨ ਕਰਨਾ ਹੈ ਜੀ ਪਾਠ, ਜਾਂ ਫਿਰ ਸਾਲ ਬਾਅਦ ਕਰਨਾ ਹੈ ਜੀ ਪਾਠ, ਜਿਸ ਨੂੰ ਵਰੀਣਾ ਕਹਿੰਦੇ ਨੇ। ਇਹ ਤਾਂ ਸੰਸਾਰੀ ਲੋਕ ਨੇ, ਇਹ ਪੰਡਤਾਂ ਨੇ ਆਪਣੇ ਢਿੱਡ ਭਰਨ ਵਾਸਤੇ ਮਰਿਆਦਾ ਬਣਾਈ ਸੀ ਕਿ ਚਲੋ ਜੀ ਕਹਿ ਦਿਓ ਕਿ 13ਵੀਂ ਹੁੰਦੀ ਏ, 15ਵੀਂ ਹੁੰਦੀ ਏ, ਆਖਿਆ ਜੀ 7ਵੀਂ ਵੀ ਹੁੰਦੀ ਏ। ਉਸੇ ਹਿਸਾਬ ਦੇ ਨਾਲ ਫਿਰ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਮਿਲਦਾ ਰਹਿੰਦਾ ਸੀ। ਪਰ ਜੋ ਹਕੀਕੀ ਬਾਤ ਹੈ, ਸਮੇਂ ਦਾ ਕੋਈ ਇਹਦੇ ਵਿੱਚ ਬੰਧਨ ਨਹੀਂ, ਸਮੇਂ ਦੀ ਕੋਈ ਲਿਮਿਟੇਸ਼ਨ ਨਹੀਂ। ਜੁੜਿਆ ਹੋਇਆ ਮੁਕਤ ਕਰਾ ਸਕਦਾ ਹੈ ਜੀ, ਸਿੱਧੀ ਜਿਹੀ ਬਾਤ। ਕੋਈ ਜੁੜਿਆ ਹੋਵੇ, ਉਹਦੇ ਤੱਕ ਪਹੁੰਚਿਆ ਹੋਵੇ, ਉਹ ਰਸਨਾ ਤੋਂ ਬਚਨ ਕਰ ਦੇਵੇ, ਫਿਰ ਉਹਦਾ ਪਾਰ ਉਤਾਰਾ ਹੋ ਸਕਦਾ ਹੈ। ਪਰ ਇੱਕ ਬਾਤ ਹੈ, ਜੋ ਜੁੜਿਆ ਹੋਇਆ ਹੋਵੇ ਉਸ ਨੂੰ ਇਹ ਪਤਾ ਹੈ ਕਿ ਦੂਜੇ ਨੂੰ ਰੱਬ ਨਾਲ ਜੋੜਨਾ ਕਿਵੇਂ, ਦੂਜਾ ਰੱਬ ਨਾਲ ਜੁੜੇਗਾ ਕਿਵੇਂ। ਉਹਨੇ ਬਚਨ ਕਰ ਦਿੱਤਾ, ਉਹਨੇ ਤੇ ਉਹ ਕਾਰਜ ਕਰਾ ਦੇਣਾ ਹੈ। ਕਿਉਂ? ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਉਹ ਭਗਤੀ ਕਰਨ ਵਾਲਿਆਂ ਦੇ ਕਾਰਜ ਸਵਾਰਦਾ। ਤੇ ਭਗਤੀ ਕਰਨ ਵਾਲੇ ਦਾ ਕੀ ਅਰਥ ਹੈ ਜੀ? ਇੱਥੇ ਅਰਥ ਹੈ ਜੋ 5 ਵਿਸ਼ੇ ਵਿਕਾਰਾਂ ਤੋਂ ਉੱਪਰ ਹੋ ਗਿਆ। ਦਾਸ ਤੇ ਸਿੱਧਾ ਜਿਹਾ ਅਰਥ ਕਰੇ ਜੀ, ਅੱਖਾਂ ਬੰਦ ਕਰਕੇ ਜਿਹਨੂੰ ਹੁਣ ਹਨੇਰਾ ਨਹੀਂ ਨਾ ਦਿਸਦਾ, ਉਹੀ ਭਗਤ ਹੈ। ਤੇ ਜੇ ਸਾਨੂੰ ਹਨੇਰਾ ਦਿਸਦਾ ਹੈ ਤਾਂ ਸਮਝ ਲਓ ਅਸੀਂ ਜਾਣਨੀ ਅਤੇ ਜੇਨੇ ਹਾਂ, ਅੰਦਰ ਇੰਨੇ ਪਾਪ ਇਕੱਠੇ ਹੋਏ ਨੇ। ਉਹ ਹਨੇਰਾ ਨਹੀਂ ਹੈ। ਆਪ ਜੀ ਹੁਣ ਅੱਖਾਂ ਬੰਦ ਕਰਕੇ ਦੇਖੋ, ਦਿਸਦਾ ਹਨੇਰਾ? ਉਹ ਹਨੇਰਾ ਨਹੀਂ, ਸਾਡੇ ਪਾਪ ਆ, ਉਹ ਸਾਡੇ ਮਾੜੇ ਕਰਮ ਆ। ਪਰ ਇੱਕ ਇਹ ਵੀ ਵਿਡੰਬਨਾ ਹੈ, ਪੂਰਨ ਮਹਾਂਪੁਰਖਾਂ ਨੂੰ ਲੱਭੀਏ ਕਿੱਥੋਂ? ਇਹ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸਾਂ ਹੋਣ ਤੇ ਫਿਰ ਪੂਰਨ ਮਹਾਂਪੁਰਖਾਂ ਦਾ ਸੰਗ ਮਿਲਦਾ, ਨਹੀਂ ਤੇ ਨਹੀਂ ਮਿਲਦਾ। ਸੱਚੇ ਪਾਤਸ਼ਾਹ ਜੀ, ਆਪ ਜੀ ਦਇਆ ਮਿਹਰ ਕਰਕੇ ਦੱਸੋ ਵੀ ਜੇਕਰ ਮਹਾਂਪੁਰਖਾਂ ਵਰਗਾ ਜੀਵਨ ਹੋ ਜਾਏ, ਫਿਰ ਮਨੁੱਖੀ ਮਨ ਦੇ ਵਿੱਚ ਇੱਛਾ ਕੀ ਰਹਿ ਜਾਂਦੀ ਹੈ? ਹੁਣ ਸੱਚੇ ਪਾਤਸ਼ਾਹ ਜੀ ਹੁਣ ਬਚਨ ਕਰਦੇ ਨੇ, ਆਓ ਪ੍ਰੇਮ ਪੂਰਵਕ ਸ਼ਰਵਣ ਕਰੀਏ। ਇਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਫਿਰ ਜਿਹਦਾ ਹਿਰਦਾ ਪਰਮਾਤਮਾ ਦੇ ਨਾਲ ਜੁੜ ਜਾਏ, ਇੱਕ ਸਵਾਸ ਕਿਤੇ ਪਰਮਾਤਮਾ ਦਾ ਨਾਮ ਵਿਸਰ ਜਾਏ, ਤੇ ਫਿਰ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਰੀ ਜ਼ਿੰਦਗੀ ਜੋ ਹੈ ਨਾ ਵਿਅਰਥ ਹੀ ਚਲੀ ਗਈ। ਇੰਜ ਲੱਗਦਾ ਹੈ ਕਿ ਜੀਵਨ ਵਿੱਚ ਸਭ ਤੋਂ ਵੱਡਾ ਘਾਟਾ ਪੈ ਗਿਆ। ਕਿਉਂਕਿ ਜਿਹਦੇ ਨਾਲ ਪਿਆਰ ਪੈ ਜਾਏ, ਫਿਰ ਉਹਦਾ ਨਾਮ ਕਦੀ ਰਸਨਾ ਤੋਂ ਓਝਲ ਨਹੀਂ ਹੁੰਦਾ, ਨਹੀਂ ਹੁੰਦਾ।
ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਉਹਨਾਂ ਦੇ ਅੰਦਰ ਐਸਾ ਪ੍ਰੇਮ ਪ੍ਰਗਟ ਹੋਇਆ, ਹੁਣ ਐਸਾ ਅੰਦਰ ਪਿਆਰ ਪੈਦਾ ਹੋਇਆ ਕਿ ਹੁਣ ਉਹ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾਂ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜਿਉਂਦੇ ਰਹਿ ਹੀ ਨਹੀਂ ਸਕਦੇ। ਭਾਵੇਂ ਖੇਡ ਆਪ ਵਰਤਾ ਦੇਣ, ਆਪਣੀ ਸ਼ਕਤੀ ਨਾਲ ਵਰਤਾ ਦੇਣ, ਉਹਨਾਂ ਨੇ ਗੁਰੂ ਦੀ ਸਿਫਤ ਕਰਨੀ ਆ, ਉਹਨਾਂ ਨੇ ਗੁਰੂ ਦੀ ਵਡਿਆਈ ਕਰਨੀ ਆ। ਤੇ ਜੋ ਗੁਰੂ ਦੇ ਨਾਲ ਜੋੜਨ ਤੇ ਸਮਝ ਲਵੋ ਉਹ ਗੁਰੂ ਕੇ ਸਿੱਖ ਨੇ, ਉਹੀ ਗੁਰੂ ਮਹਾਰਾਜ ਜੀ ਨਾਲ ਪਿਆਰ ਕਰਨ ਵਾਲੇ ਪਿਆਰੇ ਨੇ, ਉਹੀ ਪੂਰਨ ਸਾਧੂ ਨੇ, ਉਹੀ ਪੂਰਨ ਸੰਤ ਮਹਾਂਪੁਰਖ ਨੇ। ਤੇ ਸੰਤ ਮਹਾਂਪੁਰਖਾਂ ਵਾਸਤੇ ਜ਼ਰੂਰੀ ਨਹੀਂ ਕਿ ਡੇਰਾ ਹੁੰਦਾ ਹੈ, ਉਹ ਚੋਲੇ 'ਚ ਰਹਿੰਦੇ ਨੇ, ਐਸੀ ਬਾਤ ਕੋਈ ਨਹੀਂ। ਉਹ ਕਿਸੇ ਵੀ ਬਸਤਰ ਦੇ ਵਿੱਚ ਸਾਨੂੰ ਮਿਲ ਸਕਦੇ ਨੇ, ਪਤਾ ਨਹੀਂ ਕਿਹੜੇ ਰੰਗ 'ਚ ਉਹਨਾਂ ਨੇ ਮਿਲ ਪੈਣਾ ਸਾਨੂੰ, ਬਸ਼ਰਤੇ ਸਾਨੂੰ ਉਹਨਾਂ ਨੂੰ ਪਛਾਣਨ ਦੀ ਅੱਖ ਹੋਵੇ। ਮਹਾਂਪੁਰਖਾਂ ਨੂੰ ਪਛਾਣਨ ਵਾਸਤੇ ਅੰਦਰੂਨੀ ਜੀਵਨ ਚਾਹੀਦਾ ਹੈ, ਰੂਹਾਨੀ ਜੀਵਨ ਚਾਹੀਦਾ, ਫਿਰ ਪਤਾ ਲੱਗਦਾ। ਨਹੀਂ ਤੇ ਬਾਹਰੋਂ ਤੇ ਉਹ ਵੀ ਇੱਕ ਮਿੱਟੀ ਦੇ ਪੁਤਲੇ ਹੀ ਦਿਸਦੇ ਨੇ। ਜੇ ਇਹ ਨਿਸ਼ਾਨੀ ਹੋਵੇ ਕਿ ਮਹਾਂਪੁਰਖਾਂ ਦੀਆਂ 5 ਅੱਖਾਂ ਹੁੰਦੀਆਂ ਨੇ ਤੇ ਅਸੀਂ ਫਿਰ ਦੂਰੇ ਪਛਾਣ ਲਈਏ ਇਹ 5 ਅੱਖਾਂ ਵਾਲਾ, ਇਹ ਪੱਕੀ ਗੱਲ ਮਹਾਂਪੁਰਖ ਹੋਏਗਾ। ਇਹਦੇ ਦੰਦ 64 ਆ, 32 ਅੰਦਰ ਆ ਤੇ 32 ਸਿਰ ਦੇ ਉੱਤੇ ਆ, ਤੇ ਇਹ ਮਹਾਂਪੁਰਖ ਹੀ ਲੱਗਦਾ ਪੂਰਾ। ਇਹਦੀਆਂ 5 ਲੱਤਾਂ ਨੇ, ਮਹਾਂਪੁਰਖ ਹੀ ਆ। ਹੁਣ ਜੋ ਮਹਾਂਪੁਰਖ ਨੇ, ਹੁਣ ਮਹਾਂਪੁਰਖਾਂ ਦੀ ਨਿਸ਼ਾਨੀ ਉਹਨਾਂ ਨੂੰ ਪਤਾ ਲੱਗੇਗੀ ਜੋ ਅੰਦਰ ਦਾ ਜੀਵਨ ਕਮਾਉਂਦੇ ਨੇ, ਆਤਮਿਕ ਤਲ 'ਤੇ ਜਿਉਂਦੇ ਨੇ, ਆਤਮਿਕ ਪੱਧਰ ਦੇ ਉੱਤੇ ਹਰ ਸਵਾਸ ਲੈਂਦੇ ਨੇ। ਉਹ ਆਪਣੇ ਅੰਦਰ ਸੁਰਤ ਹਮੇਸ਼ਾ ਕਰਕੇ ਰੱਖਦੇ ਨੇ, ਕਦੀ ਬਾਹਰ ਮੁਖੀ ਜੇ ਅਗਰ ਜਾਣ ਵੀ ਤਾਂ ਵੀ ਅੰਦਰੋਂ ਟੁੱਟ ਕੇ ਨਹੀਂ ਬਾਹਰ ਨਾਲ ਜੁੜਦੇ, ਅੰਦਰ ਜੁੜੇ ਰਹਿੰਦੇ ਨੇ ਤੇ ਬਾਹਰ ਕਾਰ ਵਿਹਾਰ ਕਰਦੇ ਰਹਿੰਦੇ ਨੇ। ਤੇ ਅੰਦਰ ਇਤਨੀ ਕੁ ਸਟੇਬਿਲਿਟੀ ਆ ਜਾਂਦੀ ਹੈ, ਇਤਨੀ ਕੁ ਸਟੇਬਿਲਿਟੀ ਆ ਜਾਂਦੀ ਹੈ, ਪਤਾ ਵੀ ਲੱਗ ਜਾਂਦਾ ਹੈ ਕਿ ਹੁਣ ਐਕਸੀਡੈਂਟ ਹੋਣਾ ਹੈ। ਮਨ ਚੜ੍ਹਦੀ ਕਲਾ 'ਚ ਹੋਣਾ ਤੇ ਹੋ ਜੇ, ਫਿਰ ਕੀ ਆ, ਹੋ ਜੇ ਤੇ ਹੋ ਜੇ, ਫਿਰ ਕੀ ਗੱਲ। ਗੁਰੂ ਕਾ ਸ਼ਬਦ ਨਹੀਂ ਵਿਸਰਦਾ, ਤੇ ਜਦੋਂ ਗੁਰੂ ਕਾ ਸ਼ਬਦ ਹਿਰਦੇ ਵਿੱਚ ਹੋਵੇ ਤੇ ਖੁਦ ਗੁਰੂ ਮਹਾਰਾਜ ਜੀ ਆ ਕੇ ਬਚਾ ਲੈਂਦੇ ਨੇ ਕਿ ਨਹੀਂ ਭਾਈ ਤੇਰੇ ਕੋਲੋਂ ਸੇਵਾ ਲੈਣੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ 1 ਸੈਕਿੰਡ ਵਾਸਤੇ ਉਹਨਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਏ ਤੇ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਸਾਰਾ ਜੀਵਨ ਵਿਅਰਥ ਹੀ ਚਲਾ ਗਿਆ। ਤੂੰ ਝਾਤ ਮਾਰ, ਤੈਨੂੰ ਕਦੀ 1 ਸੈਕਿੰਡ ਯਾਦ ਵੀ ਨਹੀਂ ਆਇਆ, ਤੈਨੂੰ 1 ਸੈਕਿੰਡ ਵਾਸਤੇ ਯਾਦ ਵੀ ਨਹੀਂ ਆਇਆ। ਤੇ ਕਿਤੇ ਤੂੰ ਗੁਰੂ ਦੇ ਚਰਨੀ ਲੱਗ ਕੇ ਤੇ ਗੁਰੂ ਨੂੰ ਪੁੱਛੇ ਤੇ ਗੁਰੂ ਦੇ ਹੁਕਮ ਨੂੰ ਕਮਾ ਕੇ, ਗੁਰੂ ਕੇ ਹੁਕਮ ਨੂੰ ਮੰਨ ਕੇ ਤੂੰ ਚੱਲ, ਫਿਰ ਗੁਰੂ ਮਹਾਰਾਜ ਜੀ ਦੀ ਤੇਰੇ ਉੱਤੇ ਅਸੀਮ ਕਿਰਪਾ ਵਰਤੇਗੀ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ। ਭਾਈ ਤੂੰ ਗੁਰੂ ਵਾਲਾ ਹੋ ਕੇ ਵਾਹਿਗੁਰੂ 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 ਨਾਮ ਜਪ। ਫਿਰ ਉਹ ਪਰਮਾਤਮਾ ਜੋ ਜਲ ਵਿੱਚ ਵੀ ਵਸਦਾ ਹੈ, ਧਰਤੀ ਦੇ ਉੱਤੇ ਸੁੱਕੇ ਥਾਂ 'ਤੇ ਵੀ ਵਸਦਾ ਹੈ, ਪਤਾਲ ਵਿੱਚ ਵੀ ਵਸਦਾ ਹੈ, ਜੰਗਲ ਦੇ ਕਣ ਕਣ ਵਿੱਚ, ਪੱਤੇ ਪੱਤੇ ਵਿੱਚ, ਹਰ ਬ੍ਰਿਕਸ਼ ਵਿੱਚ ਵਸਦਾ ਹੈ, ਸਾਰਿਆਂ ਵਿੱਚ ਵਸਦਾ ਹੈ। ਫਿਰ ਤੈਨੂੰ ਦਿਸਣ ਲੱਗ ਪਏਗਾ, ਉਹਦੀ ਜੋਤ ਪ੍ਰਗਟ ਹੋਣ ਲੱਗ ਪਏਗੀ। ਤੇ ਜਿਸ ਵੇਲੇ ਉਹ ਹੁੰਦਾ ਗੁਰਮੁਖੋ, ਫਿਰ ਇਸ ਸਰੀਰ ਦੇ ਵਿੱਚ ਇੰਝ ਮਹਿਸੂਸ ਹੁੰਦਾ ਹੈ ਕਿ ਇੱਕਦਮ ਸਰੀਰ ਹੌਲਾ ਹੋ ਗਿਆ ਤੇ ਸਾਡਾ ਅੰਦਰ ਇੰਨਾ ਕੁ ਖਿੜ ਜਾਂਦਾ ਹੈ, ਇੰਨਾ ਖੁਸ਼ ਹੋ ਜਾਂਦਾ ਹੈ, ਇੰਨਾ ਖੁਸ਼ ਹੋ ਜਾਂਦਾ ਹੈ ਕਿ ਦੱਸਿਆ ਨਹੀਂ ਜਾ ਸਕਦਾ। ਅਸੀਂ ਇਸ ਨੂੰ ਥੋੜ੍ਹਾ ਜਿਹਾ ਇਸ ਢੰਗ ਦੇ ਨਾਲ ਸਮਝੀਏ। ਜਿਸ ਵੇਲੇ ਮਾਂ ਦੇ ਸਾਹਮਣੇ ਬੱਚਾ ਹੋਵੇ ਤੇ ਮਾਂ ਦੀ ਖੁਸ਼ੀ ਜੋ ਉਸ ਵੇਲੇ ਸਾਨੂੰ ਦਿਸਦੀ ਹੈ, ਉਹ ਅਸੀਂ ਬਿਆਨ ਨਹੀਂ ਕਰ ਸਕਦੇ। ਤੇ ਹੁਣ ਜੋ ਬੱਚਾ ਹੈ ਘਰ 'ਚ ਹੀ, ਤੇ ਮਾਂ ਲੱਭਦੀ ਫਿਰਦੀ ਹੈ, ਕਿੱਥੇ ਹੈ ਕਿੱਥੇ ਹੈ ਕਿੱਥੇ ਹੈ, ਤੇ ਉਹਦੇ ਵਰਗਾ ਦੁੱਖ ਕੋਈ ਨਹੀਂ। ਬੱਚਾ ਘਰ 'ਚ ਹੋਵੇ ਤੇ ਮਾਂ ਨੂੰ ਲੱਭੇ ਨਾ, ਤੇ ਕਿਤਨਾ ਕੁ ਸਮਾਂ 100 ਸਾਲ ਨਾ ਲੱਭੇ, ਤੇ ਦੱਸੋ ਉਸ ਮਾਂ ਨੂੰ ਕਦੀ ਭੁੱਖ ਲੱਗੇਗੀ, ਪਿਆਸ ਲੱਗੇਗੀ? ਉਹਦੇ ਬੱਚੇ ਨੂੰ ਲੱਭਦੀ ਲੱਭਦੀ ਚੜ੍ਹਾਈ ਕਰ ਜਾਏਗੀ। ਬਸ ਇਸੇ ਢੰਗ ਦੇ ਨਾਲ ਪਰਮਾਤਮਾ ਸਾਡੇ ਉੱਤੇ ਜਿਸ ਵੇਲੇ ਕਿਰਪਾ ਕਰਦਾ ਹੈ, ਫਿਰ ਸਾਨੂੰ ਦਰਸ਼ਨ ਦੇ ਦਿੰਦਾ ਹੈ, ਕਦੀ ਗੁਰੂ ਰੂਪ ਵਿੱਚ, ਕਦੀ ਮਹਾਂਪੁਰਖਾਂ ਦੇ ਰੂਪ ਦੇ ਵਿੱਚ।
ਤੇ ਸੱਚੇ ਪਾਤਸ਼ਾਹ ਜੀ ਨੇ ਅੱਗੇ ਬਖਸ਼ਿਸ਼ ਕੀਤੀ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ। ਜਦੋਂ ਪ੍ਰਮਾਤਮਾ ਸਾਨੂੰ ਵਿਸਰ ਜਾਂਦਾ ਹੈ, ਯਾਦ ਨਹੀਂ ਆਉਂਦਾ, ਤੇ ਉਹ ਕਿੰਨਾ ਵੱਡਾ ਦੁੱਖ ਵਿਆਪਦਾ ਹੈ, ਉਹ ਬਿਆਨ ਨਹੀਂ ਹੋ ਸਕਦਾ। ਇਹ ਮਹਾਂਪੁਰਖ ਜੋ ਇਸ ਚੀਜ਼ ਨੂੰ ਰਿਅਲਾਈਜ਼ ਕਰਦੇ ਨੇ, ਉਸ ਚੀਜ਼ ਨੂੰ ਆਪਣੇ ਅੰਦਰ ਮਹਿਸੂਸ ਕਰਦੇ ਨੇ, ਖੁਦ ਦੇਖਦੇ ਨੇ, ਉਹੀ ਇਸ ਪੰਕਤੀ ਨੂੰ ਸਮਝਦੇ ਨੇ। ਇਸ ਪੰਕਤੀ ਨੂੰ ਉਚਾਰਨ ਕਰਨ ਵਾਲੇ ਦਾਤਾ ਜੀ ਨੇ ਜਿਸ ਅਵਸਥਾ 'ਤੇ ਪਹੁੰਚ ਕੇ ਇਸ ਪੰਕਤੀ ਦਾ ਉਚਾਰਨ ਕੀਤਾ, ਇਸ ਸ਼ਬਦ ਦਾ ਉਚਾਰਨ ਕੀਤਾ, ਉੱਥੇ ਜੋ ਪਹੁੰਚ ਜਾਏਗਾ ਉਸ ਨੂੰ ਪਤਾ ਲੱਗੇਗਾ। ਚਲੋ ਇਸ ਨੂੰ ਵੀ ਅਸੀਂ ਨਾ ਸੌਖੇ ਢੰਗ ਨਾਲ ਸਮਝ ਲੈਂਦੇ ਹਾਂ। ਮੰਨ ਲਓ ਇੱਕ ਮਾਂ ਹੈ, ਉਹਦਾ ਬੱਚਾ ਹੈ, ਬੱਚਾ ਚਲਾ ਗਿਆ ਜੀ, ਰੁੱਸ ਕੇ ਚਲਾ ਗਿਆ ਜਾਂ ਫਿਰ ਕਿਸੇ ਕਾਰਨ ਵਸ਼ ਚਲਾ ਗਿਆ। ਉਹ ਚਲਾ ਗਿਆ, ਹੁਣ ਮਾਂ ਦੇ ਸਾਹਮਣੇ ਹੀਰਿਆਂ ਦਾ ਢੇਰ ਲੱਗਾ ਪਿਆ। ਬੱਚਾ ਹਫ਼ਤਾ ਹੋ ਗਿਆ ਘਰੇ ਨਹੀਂ ਆਇਆ, ਤੇ ਸਾਰੇ ਕਹਿੰਦੇ ਨੇ ਦੇਖੋ ਹੀਰੇ ਕਿੰਨੇ ਸੋਹਣੇ ਨੇ, ਕਿੰਨੇ ਕੀਮਤੀ ਨੇ, ਵੇਖੋ ਤੁਹਾਨੂੰ ਇਹ ਹੀਰੇ ਮਿਲ ਗਏ ਜੀ। ਮਾਂ ਨੂੰ ਉਹ ਹੀਰਿਆਂ ਦਾ ਢੇਰ, ਕੋਲਿਆਂ ਦਾ ਢੇਰ ਦਿਸਦਾ ਹੈ। ਉਹ ਹੀਰਿਆਂ ਦਾ ਢੇਰ ਦੇਖਦੀ ਹੈ ਮਾਂ, ਤੇ ਉਹਦਾ ਅੰਦਰ ਸੜਦਾ ਹੈ, ਕਿਉਂਕਿ ਜਿਹਦੇ ਨਾਲ ਉਹਦਾ ਅੰਦਰ ਜੁੜਿਆ ਹੈ, ਆਪਣੇ ਬੱਚੇ ਨਾਲ ਜੁੜਿਆ, ਉਹਨੂੰ ਇਹ ਸੰਸਾਰ ਦੀ ਦੌਲਤ ਨਹੀਂ ਦਿਸਦੀ ਪਈ। ਦੇਖਦੀ ਪਈ ਹੈ ਪਰ ਉਸਨੂੰ ਉਹ ਚੀਜ਼ ਅਟਰੈਕਟ ਨਹੀਂ ਕਰਦੀ ਪਈ। ਮਾਂ ਨੂੰ ਭੁੱਖ ਬਹੁਤ ਲੱਗੀ ਹੈ, ਪ੍ਰਸ਼ਾਦਾ ਵੀ ਸਾਹਮਣੇ ਹੈ। ਹੁਣ ਪਰਿਵਾਰ ਵਾਲੇ ਕਹਿੰਦੇ ਨੇ ਕਿ ਮਾਈ ਸ਼ਕਲ ਹੈ, ਆ ਜਾਏਗਾ ਆ ਜਾਏਗਾ, ਹੁਣ ਪ੍ਰਸ਼ਾਦਾ ਥੋੜ੍ਹਾ ਛੱਡ ਦੇਣਾ। ਪਰ ਜੋ ਮਾਂ ਦੇ ਸਾਹਮਣੇ ਬੱਚਾ ਹੋਵੇ ਤੇ ਮਾਂ ਨੂੰ 4 ਪ੍ਰਸ਼ਾਦਿਆਂ ਦੀ ਭੁੱਖ ਹੋਵੇ, ਤੇ ਮਾਂ ਅੱਧੇ ਪ੍ਰਸ਼ਾਦੇ ਨੂੰ ਛਕ ਕੇ ਜੋ ਬੱਚੇ ਦੇ ਸਾਹਮਣੇ ਬੈਠਿਆਂ ਸੁੱਖ ਅਨੁਭਵ ਕਰੇਗੀ, ਉਹ ਬੱਚਾ ਦੂਰ ਗਿਆ, ਕੋਈ ਸੁਨੇਹਾ ਨਹੀਂ ਆਇਆ, ਤੇ ਮਾਂ ਪ੍ਰਸ਼ਾਦਾ ਛਕੇਗੀ ਜ਼ਰੂਰ, ਤਰ੍ਹਾਂ ਤਰ੍ਹਾਂ ਦੇ ਪਕਵਾਨ ਛਕੇਗੀ ਜ਼ਰੂਰ, ਪਰ ਉਹਨੂੰ ਸੁੱਖ ਨਹੀਂ ਮਿਲੇਗਾ, ਉਹਨੂੰ ਸਵਾਦ ਨਹੀਂ ਆਏਗਾ। ਬੱਚੇ ਦਾ ਵਿਛੋੜਾ ਹੋ ਜਾਏ, ਮਾਂ ਵਾਸਤੇ ਜੱਗ ਹਨੇਰ ਹੋ ਜਾਂਦਾ ਹੈ। ਮਾਂ ਵਾਸਤੇ ਸਾਰੀ ਦੁਨੀਆ ਇੰਝ ਮਹਿਸੂਸ ਹੁੰਦੀ ਹੈ ਕਿ ਸਾਰੀ ਦੁਨੀਆ ਨੂੰ ਅੱਗ ਲੱਗ ਗਈ ਸੀ, ਤਬਾਹ ਹੋ ਗਈ ਸਾਰੀ ਦੁਨੀਆ। ਮਾਂ ਦੇ ਅੰਦਰ ਦੀ ਦੁਨੀਆ ਜਿਸ ਵੇਲੇ ਬੱਚੇ ਤੋਂ ਦੂਰ ਹੁੰਦੀ ਹੈ, ਅੰਦਰ ਦੀ ਦੁਨੀਆ ਬੱਚਿਆਂ ਨਾਲ ਵਸਦੀ ਹੈ, ਤੇ ਉਸ ਵੇਲੇ ਮਾਂ ਮਹਿਸੂਸ ਕਰਦੀ ਹੈ ਕਿ ਅੰਦਰ ਦੀ ਖੁਸ਼ੀ ਮੇਰੇ ਬੱਚੇ ਦੇ ਹੋਣ ਦੇ ਨਾਲ ਹੈ। ਸੰਸਾਰ ਦੀਆਂ ਚੀਜ਼ਾਂ ਨਾ ਹੋਣ, ਹੁਣ ਕਿਸੇ ਮਾਂ ਦੇ ਸਾਹਮਣੇ ਇੱਕ ਸ਼ਰਤ ਰੱਖੀ ਜਾਏ, ਆਪਾਂ ਸਾਰੇ ਹੀ ਬੱਚਿਆਂ ਵਾਲੇ ਹਾਂ, ਆਪ ਜੀ ਅਨੁਭਵ ਕਰੋਗੇ। ਮੰਨ ਲਓ ਸਾਡਾ ਪਤੀ, ਸਾਡੀ ਪਤਨੀ, ਸਾਡਾ ਬੱਚਾ ਸਾਹਮਣੇ, ਸਾਡੀ ਬੱਚੀ ਸਾਹਮਣੇ ਹੈ, ਕੋਈ ਆ ਕੇ ਕਹਿੰਦਾ ਜਾਂ ਤੇ ਤੂੰ ਆਪਣੇ ਇਸ ਪਰਿਵਾਰ ਨੂੰ ਕਤਲ ਕਰ ਦੇ ਜਾਂ ਅਸੀਂ ਕਤਲ ਕਰ ਦੇਣਾ, ਤੇ ਤੈਨੂੰ ਸੰਸਾਰ ਦਾ ਰਾਜ ਭਾਗ ਦੇ ਦਿੰਦੇ ਹਾਂ। ਚਲੋ ਪਰਿਵਾਰ ਦੀ ਗੱਲ ਛੱਡੀਏ, ਅਸੀਂ ਬੱਚੇ ਦੀ ਗੱਲ ਹੀ ਕਰ ਦਈਏ ਕਿ ਜੋ ਤੇਰੇ 2 ਬੱਚੇ ਨੇ ਜਾਂ 1 ਬੱਚਾ ਹੈ ਨਾ, ਅਸੀਂ ਕਤਲ ਕਰ ਦਿੰਦੇ ਹਾਂ, ਤੈਨੂੰ ਰਾਜ ਭਾਗ ਦੇ ਦਿੰਦੇ ਹਾਂ। ਇੱਕ ਆਪਸ਼ਨ ਇਹ। ਦੂਸਰਾ ਆਪਸ਼ਨ, ਜੇ ਤੈਨੂੰ ਬੱਚੇ ਚਾਹੀਦੇ ਨੇ ਤੇ ਫਿਰ ਤੈਨੂੰ ਚੱਪਾ ਕੁ ਪ੍ਰਸ਼ਾਦਾ ਮਿਲੇਗਾ, ਅੱਧਾ ਕੁ ਪ੍ਰਸ਼ਾਦਾ ਮਿਲੇਗਾ, ਛੋਟਾ ਟੁਕੜਾ ਮਿਲੇਗਾ ਸਾਰੀ ਜ਼ਿੰਦਗੀ। ਮਾਂ ਕਹੇਗੀ ਮੈਂ ਇੱਕ ਦਿਨ ਦੇ ਵਿੱਚ 2 ਬੁਰਕੀਆਂ ਪ੍ਰਸ਼ਾਦਾ ਛਕ ਕੇ ਗੁਜ਼ਾਰਾ ਕਰ ਲਵਾਂਗੀ, ਪਰ ਮੈਂ ਆਪਣੇ ਬੱਚਿਆਂ ਨੂੰ ਤੱਤੀ ਵਾਹ ਨਹੀਂ ਲੱਗਣ ਦੇਵਾਂਗੀ, ਮੇਰੇ ਬੱਚੇ ਮੇਰੇ ਸਾਹਮਣੇ ਰਹਿਣ। ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚਿਆਂ ਦੇ ਅੰਦਰ ਆਪਣੇ ਆਪ ਨੂੰ ਵਸਦਾ ਦੇਖਦੀ ਹੈ, ਮਾਂ ਦੀ ਜ਼ਿੰਦਗੀ ਬੱਚਿਆਂ ਦੇ ਨਾਲ ਵਸਦੀ ਹੈ। ਇਸੇ ਕਰਕੇ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਮਾਂ ਪਿਓ ਦੀ ਗੱਲ ਕੀਤੀ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਬਾਰ-ਬਾਰ ਮਾਂ ਪਿਓ ਦੀ ਗੱਲ ਕੀਤੀ, ਇਸੇ ਕਰਕੇ ਕਿ ਮਾਂ ਦਾ ਪਿਆਰ ਬੱਚੇ ਨਾਲ ਹੈ ਤੇ ਬੱਚੇ ਦਾ ਪਿਆਰ ਮਾਂ ਨਾਲ ਹੈ। ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਬੱਚਾ ਹੈ ਤੇ ਭੁੱਖ ਹੋਵੇ ਤੇ ਤਾਂ ਵੀ ਮਾਂ ਸੁਖੀ ਹੁੰਦੀ ਹੈ। ਇਸੇ ਤਰ੍ਹਾਂ ਭਗਤੀ ਕਰਨ ਵਾਲਾ ਸੰਤ ਮਹਾਂਪੁਰਖ, ਭਾਵੇਂ ਉਹਨੂੰ ਛਕਣ ਨੂੰ ਕੁਝ ਨਾ ਹੋਵੇ, ਪਾਉਣ ਵਾਸਤੇ ਕੁਝ ਨਾ ਹੋਵੇ, ਰਹਿਣ ਵਾਸਤੇ ਕੁਝ ਨਾ ਹੋਵੇ, ਉਹਦੇ ਅੰਦਰ ਪਰਮਾਤਮਾ ਦਾ ਨਾਮ ਹੋਵੇ, ਤੇ ਉਹ ਪਤਾ ਕੀ ਕਹਿੰਦਾ, ਦੀਨ ਦੁਨੀ ਦਾ ਮਾਲਕ
ਚਿੱਟਿਆਂ ਬਾਜਾਂ ਵਾਲਾ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਹੁਣ ਇਸ ਸ਼ਬਦ ਵਿੱਚੋਂ ਮੈਨੂੰ ਕਿਤੇ ਇੱਕ ਅੱਖਰ ਲੱਭ ਕੇ ਦਿਖਾ ਦਿਓ ਜਿੱਥੇ ਮਹਾਰਾਜ ਜੀ ਉਲਾਮਾ ਦੇ ਰਹੇ ਨੇ। ਆਨੰਦਪੁਰ ਸਾਹਿਬ ਮੇਰੇ ਬਾਪੂ ਨੇ ਖਰੀਦਿਆ ਸੀ ਉਹ ਥਾਂ, ਫਿਰ ਅਸੀਂ ਉੱਥੇ ਮਹਿਲ ਮੁਨਾਰੇ ਬਣਾਏ, ਕਿਲੇ ਉਸਾਰੇ, ਅਤੇ ਪਰਮਾਤਮਾ ਤੂੰ ਕੀ ਕਰ ਦਿੱਤਾ ਜੀ। ਮਹਾਰਾਜ ਜੀ ਕੋਈ ਉਲਾਮਾ ਨਹੀਂ ਦਿੰਦੇ ਪਏ, ਕੋਈ ਗਿਲਾ ਸ਼ਿਕਵਾ ਨਹੀਂ ਕਰਦੇ ਪਏ। ਅਤੇ ਪਤਾ ਕੀ ਕਹਿੰਦੇ ਨੇ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਹੇ ਮੇਰਾ ਮਾਲਕਾ, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ, ਤੇਰੇ ਬਿਨਾਂ ਨਹੀਂ ਰਹਿ ਸਕਦਾ, ਤੇਰੇ ਬਿਨਾਂ ਹੁਣ ਠੰਡ ਬਹੁਤ ਹੈ, ਮੈਂ ਰਜਾਈਆਂ ਉੱਤੇ ਲੈ ਕੇ ਨਿੱਘ ਮਾਣ ਕੇ ਸੋਵਾਂ, ਤੇਰੀ ਯਾਦ ਬਿਨਾਂ ਕਹਿਣ ਲੱਗੇ ਇੰਜ ਲੱਗੇਗਾ ਜਿਵੇਂ ਮੈਂ ਆਪਣੇ ਉੱਤੇ ਸੱਪਾਂ ਨੂੰ ਰਜਾਈਆਂ ਦੇ ਰੂਪ ਵਿੱਚ ਲਿਆ ਹੋਇਆ ਅਤੇ ਸੱਪ ਮੈਨੂੰ ਡੰਗ ਮਾਰਦੇ ਪਿਆ। ਅਤੇ ਭਗਤੀ ਕਰਨ ਵਾਲਾ ਕਹਿੰਦਾ ਸੰਸਾਰ ਦੀਆਂ ਵਸਤੂਆਂ ਦੀ ਲੋੜ ਨਹੀਂ, ਮੈਨੂੰ ਤਾਂ ਮੇਰੇ ਮਾਲਕ ਦੀ ਯਾਦ ਚਾਹੀਦੀ, ਮੇਰੇ ਮਾਲਕ ਦਾ ਸਿਮਰਨ ਚਾਹੀਦਾ। ਐਸੀ ਬਖਸ਼ਿਸ਼ ਵਰਤੇ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਨੇ ਕਿ ਜਿਸ ਵੇਲੇ ਇਹ ਦੁੱਖ ਅੰਦਰ ਆ ਜਾਏ ਨਾ, ਜਦੋਂ ਰੱਬ ਯਾਦ ਨਾ ਆਵੇ, ਅਤੇ ਉਹਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ, ਗਿਣਤੀ ਮਿਣਤੀ ਹੋ ਨਹੀਂ ਸਕਦੀ। ਅਤੇ ਜਿਨ੍ਹਾਂ ਨੂੰ ਯਾਦ ਆ ਜਾਏ, ਹੁਣ ਉਹਨਾਂ ਦੇ ਬਾਬਤ ਮਹਾਰਾਜ ਜੀ ਦਇਆ ਕਰਦੇ ਨੇ। ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ। ਜਿਨ੍ਹਾਂ ਨੇ ਉਸ ਪਰਮਾਤਮਾ ਦਾ ਸਿਮਰਨ ਕੀਤਾ, ਪਰਮਾਤਮਾ ਹਿਰਦੇ 'ਚ ਵਸ ਗਿਆ, ਕਹਿੰਦੇ ਨੇ ਉਹਨਾਂ ਦੇ ਭਾਗ ਬੜੇ ਵੱਡੇ ਨੇ। ਇੱਥੇ ਸ਼ਬਦ ਵਰਤਿਆ ਤਿੰਨਾਂ ਭਾਗ ਮਣਾ। ਮਣਾ ਦਾ ਅਰਥ ਹੁੰਦਾ ਹੈ ਜੀ ਮਣ। ਇੱਕ ਮਣ ਦੀ ਗੱਲ ਕਰੀਏ 40 ਕਿਲੋ। ਪੁਰਾਣੇ ਜਿਹੜੇ ਮਣ ਸੀ ਉਹ ਛੋਟੇ ਹੁੰਦੇ ਸੀ, ਜਿਹੜੇ ਲੇਟੈਸਟ ਮਣ ਇਹ 40 ਕਿਲੋ। ਅਤੇ ਇੱਥੇ ਮਣਾ ਮਤਲਬ ਬਹੁਤੇ ਮਣ। ਅਤੇ ਜਦੋਂ ਨਾ ਅਸੀਂ ਪੰਜਾਬੀ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਨਾ, ਅਸੀਂ ਇਹ ਕਹਿ ਦਿੰਦੇ ਹਾਂ ਉਹ ਪਰਿਵਾਰ ਤੇ ਮਣਾ ਮੂੰਹੀ ਖੁਸ਼ ਆ, ਮਣਾ ਮੂੰਹੀ। ਅਤੇ ਜੇਕਰ ਇੱਕ ਦੂਜੇ ਨੂੰ ਪੁਰਾਤਨ ਸਮੇਂ ਵਿੱਚ ਬੁਲਾਉਂਦੇ ਸੀ, ਕਹਿੰਦੇ ਭਾਈ ਕੀ ਹਾਲ, ਅਤੇ ਦੂਸਰੇ ਨੇ ਕਹਿਣਾ ਮਣਾ ਮੂੰਹੀ ਖੁਸ਼ ਆ, ਮਣਾ ਮੂੰਹੀ ਖੁਸ਼ ਆ। ਇਹਦਾ ਅਰਥ ਵੀ ਉਹ ਇਤਨਾ ਕੁ ਖੁਸ਼ ਹੈ, ਇਤਨਾ ਕੁ ਖੁਸ਼ ਹੈ ਕਿ ਬਹੁਤ ਜ਼ਿਆਦਾ ਬਿਆਨ ਨਹੀਂ ਹੋ ਸਕਦਾ। ਅਤੇ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਵਸ ਗਿਆ, ਉਹਦਾ ਨਾਮ ਵਸ ਗਿਆ, ਕਹਿਣ ਲੱਗੇ ਉਹਨਾਂ ਦੀ ਸਿਫਤ ਸਲਾਹ ਨਹੀਂ ਹੋ ਸਕਦੀ। ਉਹਨਾਂ ਦੇ ਜਿਹੜੇ ਭਾਗ ਨੇ, ਇੱਥੇ ਸ਼ਬਦ ਹੈ ਭਾਗ। ਭਾਗ ਦਾ ਅਰਥ ਉਹਨਾਂ ਦੇ ਮਸਤਕ ਦੇ ਲੇਖ, ਉਹਨਾਂ ਦੀ ਕਿਸਮਤ ਗੁਰੂ ਕੇ ਸ਼ਬਦ ਨੇ ਜਗਾ ਦਿੱਤੀ। ਇੰਝ ਸਮਝ ਲਵੋ ਉਹਨਾਂ ਨੂੰ ਜੀਵਨ ਦਾ ਮਕਸਦ ਸੰਪੂਰਨ ਹੋਣ ਦਾ ਵਡਭਾਗਾ ਉਹ ਸਮਾਂ ਮਿਲ ਗਿਆ। ਅਤੇ ਐਸਿਆਂ ਮਹਾਂਪੁਰਖਾਂ ਨੂੰ ਮਾਲਕ ਦੇ ਘਰ ਵਿੱਚ ਥਾਂ ਮਿਲ ਜਾਂਦੀ ਹੈ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਕਿ ਜਿਨ੍ਹਾਂ ਦਾ ਹਿਰਦਾ ਮਾਲਕ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਫਿਰ ਉਹਨਾਂ ਦੇ ਅੰਦਰ ਸਿਰਫ ਪਰਮਾਤਮਾ ਦੇ ਦਰਸ਼ਨ ਦੀ ਇੱਛਾ ਰਹਿ ਜਾਂਦੀ ਹੈ। ਅਤੇ ਇੱਥੇ ਉਚਾਰਨ ਇਹ ਹੈ ਹਰ ਦਰਸ਼ਨ ਕਉ, ਕੱਕੇ ਉੱਤੇ ਨਾ ਟਿੱਪੀ ਹੈ ਕਉ, ਕੱਕੇ ਨੂੰ ਟਿੱਪੀ ਕੰ, ਊੜੇ ਨੂੰ ਔਂਕੜ ਉਹ ਕਉ। ਹਰ ਦਰਸ਼ਨ ਕਉ ਮਨ ਲੋਚਦਾ। ਹੁਣ ਮੇਰਾ ਮਨ ਇਸ ਚੀਜ਼ ਨੂੰ ਬਾਰ-ਬਾਰ ਤਾਂਘਦਾ, ਬਾਰ-ਬਾਰ ਯਾਦ ਕਰਦਾ। ਨਾਨਕ ਪਿਆਸ ਮਨਾ। ਹੁਣ ਮੇਰੇ ਮਨ ਵਿੱਚ ਵਿਸ਼ੇ ਵਿਕਾਰਾਂ ਦੀ ਪਿਆਸ ਖਤਮ ਹੋ ਗਈ। ਮੇਰੇ ਮਨ ਵਿੱਚ ਹੁਣ ਵੈਰ ਵਿਰੋਧ ਦੀ ਭਾਵਨਾ ਖਤਮ ਹੋ ਗਈ। ਪਹਿਲਾਂ ਪਿਆਸ ਸੀ ਵਿਸ਼ੇ ਵਿਕਾਰਾਂ ਦੀ, ਰਜੋ ਤਮੋ ਸਤੋ ਗੁਣਾ ਦੀ, ਲੋਕੀ ਵਾਹ ਕਰਨ ਪਿਆਸ ਸੀ। ਹੁਣ ਪਿਆਸ ਹੈ ਮੇਰਾ ਮਾਲਕਾ ਤੇਰੇ ਦਰਸ਼ਨਾਂ ਦੀ ਰਹਿ ਗਈ, ਬਸ ਤੂੰ ਮੈਨੂੰ ਦਰਸ਼ਨ ਦੇ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਹੇ ਮੇਰੇ ਮਾਲਕ ਜੀ, ਜੇਕਰ ਕੋਈ ਆਪ ਜੀ ਦੇ ਨਾਲ ਮਿਲਾਪ ਕਰਾ ਦੇਵੇ, ਪੂਰਨ ਸੰਤ ਮਹਾਂਪੁਰਖ, ਕੋਈ ਰੱਬੀ ਪਿਆਰਾ, ਮੈਂ ਉਹਦੇ ਚਰਨ ਫੜ ਲਵਾਂ ਅਤੇ ਉਹਦੇ ਚਰਨਾਂ ਉੱਤੇ ਮਸਤਕ ਰੱਖ ਕੇ ਮੈਂ ਉਹਦਾ ਗੋਲਾ ਪੁਣਾ ਕਰਾਂ, ਮੈਂ ਉਹਦੇ ਤੋਂ ਕੁਰਬਾਨ ਹੋ ਜਾਵਾਂ, ਕੋਈ ਮੈਨੂੰ ਮਿਲਾ ਦੇਵੇ। ਅਤੇ ਜਿਸ ਵੇਲੇ ਪਰਮਾਤਮਾ ਦੇ ਨਾਲ ਮਿਲਾਪ ਹੋਇਆ,
ਤੇ ਫਿਰ ਇਹ ਚੇਤ ਦਾ ਮਹੀਨਾ ਸਫਲਾ ਹੋਏਗਾ। ਫਿਰ ਇਹ ਚੇਤ ਦਾ ਮਹੀਨਾ ਚੇਤਾ ਬਣ ਕੇ ਹਿਰਦੇ 'ਚ ਵਸ ਜਾਏਗਾ। ਫਿਰ ਪਰਮਾਤਮਾ ਕਦੀ ਵੀ ਵਿਸਰੇਗਾ ਨਹੀਂ। ਸੱਚੇ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸੇ ਕਰਕੇ ਕਹਿ ਰਹੇ ਨੇ ਕਿ ਜਿਸ ਵੇਲੇ ਆਪਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਤੇ ਫਿਰ ਸੱਚੇ ਪਾਤਸ਼ਾਹ ਜੀ ਜਦੋਂ ਕਿਰਪਾ ਕਰਦੇ ਨੇ ਨਾ, ਫਿਰ ਕਿਸੇ ਪੂਰਨ ਸਾਧੂ ਸੰਤ ਦਾ ਮਿਲਾਪ ਹੋ ਜਾਏ ਤੇ ਸਮਝ ਲਵੋ ਗੁਰੂ ਮਹਾਰਾਜ ਜੀ ਨੇ ਸਾਡੇ ਉੱਤੇ ਸਭ ਤੋਂ ਵੱਡੀ ਬਖਸ਼ਿਸ਼ ਕਰ ਦਿੱਤੀ ਹੈ। ਸਭ ਤੋਂ ਵੱਡੀ ਬਖਸ਼ਿਸ਼ ਕੀ ਹੈ? ਆਪ ਜੀ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਪੜ੍ਹੋ। ਭਾਈ ਨੰਦ ਲਾਲ ਜੀ ਲਿਖਦੇ ਨੇ, ਕਹਿੰਦੇ ਨੇ, ਚੂੰ ਸਾਲਕਾਨੇ ਖੁਦਾ ਰਾ ਬਾਕੁਨੀ ਤੂੰ ਖਿਦਮਤੇ, ਅਜ਼ ਕਹਿ ਦੇ ਗਮੇ ਜਹਾਂ ਬਾਸ਼ਵਦ ਜਾਨ ਤੋਂ ਖਲਾਸ। ਜੇ ਤੂੰ ਚਾਹੁੰਦਾ ਹੈ ਕਿ ਸੰਸਾਰ ਦੇ ਵਿਸ਼ੇ ਵਿਕਾਰਾਂ ਦੀ ਕੈਦ ਵਿੱਚ ਤੂੰ ਫਸਿਆ ਪਿਆ ਹੈ ਤੇ ਤੂੰ ਆਜ਼ਾਦ ਹੋ ਜਾਏ, ਤੂੰ ਚਾਹੁੰਦਾ ਹੈ ਕਿ ਤੇਰੀ ਆਤਮਾ ਜੋ ਵਿਸ਼ੇ ਵਿਕਾਰਾਂ ਦੇ ਵਿੱਚ ਫਸੀ ਪਈ ਹੈ, ਇਹ ਸੰਸਾਰ ਦੇ ਮਲਬੇ ਵਿੱਚ ਥੱਲੇ ਦੱਬੀ ਪਈ ਹੈ, ਇਹ ਆਜ਼ਾਦ ਹੋਵੇ, ਤੇ ਫਿਰ ਤੂੰ ਇੱਕ ਕੰਮ ਕਰ, ਚੂੰ ਸਾਲਕਾਨੇ ਖੁਦਾ ਰਾ ਬਾਕੁਨੀ ਤੂੰ ਖਿਦਮਤੇ, ਤੂੰ ਖਿਦਮਤ ਕਰ, ਸੇਵਾ ਕਰ ਉਹਨਾਂ ਦੀ ਜੋ ਰੱਬ ਦੇ ਮਾਰਗ ਉੱਤੇ ਤੁਰ ਕੇ ਰੱਬ ਦੇ ਘਰ ਤੱਕ ਪਹੁੰਚ ਚੁੱਕੇ ਨੇ। ਤੂੰ ਉਹਨਾਂ ਦੀ ਸੇਵਾ ਜੇ ਕਰੇਂਗਾ ਨਾ, ਰੱਬ ਦੇ ਮਾਰਗ ਤੇ ਤੁਰਨ ਵਾਲਿਆਂ ਦੀ ਸੇਵਾ ਕਰੇਂਗਾ, ਤੇ ਫਿਰ ਉਹਨਾਂ ਦੀਆਂ ਅਸੀਸਾਂ, ਉਹਨਾਂ ਦੀਆਂ ਬਰਕਤਾਂ, ਉਹਨਾਂ ਦੀ ਬਖਸ਼ਿਸ਼ ਦੇ ਨਾਲ ਉਹ ਤੈਨੂੰ ਅੰਦਰੋਂ ਬਾਹਰੋਂ ਰੱਬੀ ਰੰਗ ਦੇ ਵਿੱਚ ਰੰਗ ਦੇਣਗੇ। ਫਿਰ ਤੂੰ ਅੰਦਰੋਂ ਵਿਸ਼ੇ ਵਿਕਾਰਾਂ ਤੋਂ ਖਲਾਸੀ ਪਾ ਲਵੇਂਗਾ। ਉਹੀ ਮਹਾਰਾਜ ਜੀ ਕਹਿ ਰਹੇ ਨੇ, ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ ਜੋ ਮੈਨੂੰ ਮੇਰੇ ਮਾਲਕ ਦੇ ਨਾਲ ਮਿਲਾ ਦਿੰਦੇ ਨੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸਾਧ ਸੰਗਤ ਜੀ, ਜਦੋਂ ਅਸੀਂ ਕਹਿੰਦੇ ਆ ਨਾ ਕਿ ਅਸੀਂ ਗੁਰੂ ਤੋਂ ਇਲਾਵਾ ਕਿਸੇ ਨੂੰ ਮੰਨਣਾ ਨਹੀਂ, ਤੇ ਬਿਲਕੁਲ ਸੱਚ ਆ। ਸਾਡਾ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਕੋਈ ਦੂਜਾ ਪਿਤਾ ਨਹੀਂ ਹੈ। ਸਾਡਾ ਪਿਤਾ ਜੀ ਨੇ ਸਾਡੇ, ਤੇ ਜੋ ਪਿਤਾ ਦਾ ਦਰਜਾ ਹੁੰਦਾ ਹੈ ਉਹ ਪਿਤਾ ਦਾ ਹੀ ਹੁੰਦਾ ਹੈ। ਹੁਣ ਇੰਜ ਵੀ ਨਹੀਂ ਹੁੰਦਾ ਕਿ ਪਿਤਾ ਦੇ ਅਸੀਂ ਮੱਥਾ ਟੇਕੀਏ ਤੇ ਬਾਕੀਆਂ ਨੂੰ ਤਲਵਾਰ ਫੜ ਕੇ ਲੱਤਾਂ ਵੱਢਦੇ ਫਿਰੀਏ। ਪਿਤਾ ਨੇ ਕਹਿਣਾ ਕਿ ਪੁੱਤਰ ਇਹ ਤੇਰਾ ਚਾਚਾ ਹੈ, ਇਹਨੂੰ ਤੂੰ ਸਤਿਕਾਰ ਦਿਆ ਕਰ। ਨਾ ਨਾ ਬਾਪੂ ਜੀ, ਇਹਦੇ ਲੱਤਾਂ ਭੰਨ ਦੇਣੀਆਂ ਚਾਚੇ ਦੀਆਂ। ਇਹ ਤੇਰਾ ਤਾਇਆ ਹੈ, ਇਹ ਤੇਰਾ ਫੁੱਫੜ ਹੈ, ਇਹ ਤੇਰਾ ਮਾਸੜ ਹੈ। ਨਾ ਪਿਤਾ ਜੀ, ਆਪਾਂ ਤੇ ਬਸ ਤੁਹਾਨੂੰ ਹੀ ਸਤਿਕਾਰ ਦੇਣਾ, ਬਾਕੀਆਂ ਨੂੰ ਤੇ ਅਸੀਂ ਡਾਂਗਾਂ ਹੀ ਦੇਣੀਆਂ, ਬਾਕੀਆਂ ਨੂੰ ਗੋਲੀਏ ਦੇ ਵਾਰ ਹੀ ਵੱਜਣੇ ਵੇਖਿਓ। ਇਸੇ ਤਰ੍ਹਾਂ ਸਾਡਾ ਪਿਤਾ ਕਲਗੀਧਰ ਪਾਤਸ਼ਾਹ, ਸਾਡੇ ਗੁਰੂ ਮਹਾਰਾਜ ਜੀ, ਤੇ ਕਲਗੀਧਰ ਪਾਤਸ਼ਾਹ ਜੀ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਪ੍ਰਗਟ ਰੂਪ ਦੇ ਵਿੱਚ ਪ੍ਰਤੱਖ ਨੇ। 10 ਪਾਤਸ਼ਾਹੀਆਂ ਪ੍ਰਤੱਖ ਨੇ, ਸੱਚੇ ਪਾਤਸ਼ਾਹ ਪ੍ਰਤੱਖ ਨੇ, ਹਾਜ਼ਰ ਨਾਜ਼ਰ ਨੇ। ਤੇ ਹੁਣ ਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ ਹੈ ਕਿ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਤੇ ਅਸੀਂ ਹੁਣ ਕਹੀਏ ਨਾ ਨਾ ਮਹਾਰਾਜ ਜੀ, ਅਸੀਂ ਨਹੀਂ ਤੁਹਾਡੇ ਨਾਲ ਸਹਿਮਤ, ਅਸੀਂ ਤੁਹਾਡੇ ਨਾਲ ਸਹਿਮਤ ਨਹੀਂ। ਤੇ ਆਪ ਜੀ ਆਰੰਭ ਵਾਲੀ ਪੰਕਤੀ ਪੜ੍ਹੋ, ਚੇਤ ਗੋਵਿੰਦ ਆਰਾਧੀਐ ਹੋਵੈ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਇਹਦਾ ਅਰਥ ਹੁਣ ਅਸੀਂ ਅਰਦਾਸਾਂ ਕਰੀਏ ਸੱਚੇ ਪਾਤਸ਼ਾਹ ਜੀ, ਕਿਸੇ ਪੂਰਨ ਸੰਤ ਮਹਾਂਪੁਰਖ ਤੇਰੇ ਰੱਬੀ ਪਿਆਰੇ ਦੇ ਕਿਤੇ ਦਰਸ਼ਨ ਹੋ ਜਾਣ, ਕਿਤੇ ਮਿਲਾਪ ਹੋ ਜਾਏ, ਤੇ ਕਿਰਪਾ ਕਰ ਦਾਤਿਆ। ਤੇ ਜਦੋਂ ਉਹ ਪੂਰਨ ਮਹਾਂਪੁਰਖ ਮਿਲੇਗਾ, ਉਹਨੇ ਸਿਰਫ ਗੁਰੂ ਦੀ ਗੱਲ ਕਰਨੀ ਤੇ ਗੁਰੂ ਦੇ ਹੁਕਮ ਨੂੰ ਅੱਗੇ ਰੱਖਣਾ। ਤੇ ਜੇ ਕੋਈ ਕਮਾ ਗਿਆ ਤੇ ਉਹ ਮਹਾਂਪੁਰਖ ਆਪਣੀ ਸਾਰੀ ਕਮਾਈ ਲੁਟਾ ਦਿੰਦਾ, ਪਰ ਉਸ ਕਮਾਈ ਨੂੰ ਕੋਈ ਆਪਣੇ ਭਾਂਡੇ ਵਿੱਚ ਸਾਂਭ ਕੇ ਰੱਖ ਲਵੇ, ਉਹ ਭਾਂਡੇ ਬਹੁਤੇ ਨਹੀਂ ਹੁੰਦੇ, ਬੜੇ ਥੋੜ੍ਹੇ ਹੁੰਦੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਸੀਮ ਨਾਮ ਦਾ ਪ੍ਰਕਾਸ਼ ਦਾ ਖਜ਼ਾਨਾ ਭਾਈ ਲਹਿਣਾ ਜੀ ਦੇ ਅੰਦਰ ਹੀ ਟਿਕਿਆ, ਹੋਰ ਕੋਈ ਸਰੀਰ ਪਾਤਰ ਹੈ ਹੀ ਨਹੀਂ ਸੀ। ਕਰੋੜਾਂ ਹੀ ਲੋਕ ਵਸਦੇ ਸੀ ਉਸ ਵੇਲੇ ਵੀ ਧਰਤੀ 'ਤੇ। ਹਾਂਜੀ,
ਤਪਸਵੀ ਬੜੇ ਸੀ। ਵੇਖੋ 800 ਸਾਲ ਤਪੱਸਿਆ ਕਰਦੇ ਨੇ, ਭੰਗਰਨਾਥ, ਝੰਗਰਨਾਥ, ਚਰਪਟਨਾਥ, ਪਰ ਮਹਾਰਾਜ ਜੀ ਨੇ ਉਹ ਬਖਸ਼ਿਸ਼ ਉਹਨਾਂ ਦੇ ਅੰਦਰ ਨਹੀਂ ਟਿਕਾਈ। ਕਿਉਂ ਨਹੀਂ ਟਿਕਾਈ? ਕਿਉਂਕਿ ਬਖਸ਼ਿਸ਼ ਟਿਕਾਉਣ ਵਾਸਤੇ ਸ਼ਰਧਾ ਭਾਵਨਾ ਤੇ ਸਤ ਕਰਕੇ ਬਚਨ ਨੂੰ ਮੰਨਣਾ ਹੁੰਦਾ ਹੈ। ਅਸੀਂ ਬਚਨ ਕੀ ਪੜ੍ਹਦੇ ਹਾਂ? ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਗੁਰੂ ਕੀ ਆਗਿਆ ਤੇ ਉਜ਼ਰ ਨਹੀਂ ਕੀਤਾ। ਤੇ ਅਸੀਂ ਕੀ ਕਰਦੇ ਹਾਂ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਆਜਾ ਮੇਰਾ ਪੁੱਤ, ਅਸੀਂ ਕਹਿੰਦੇ ਸਤ ਬਚਨ ਮਹਾਰਾਜ ਅਸੀਂ ਦਰਸ਼ਨ ਕਰਨੇ ਸੀ, ਵਧੀਆ ਹੋ ਗਿਆ ਦਰਸ਼ਨ ਦਿੱਤੇ ਤੁਸੀਂ, ਧੰਨ ਭਾਗ। ਪੁੱਤਰ ਅੰਮ੍ਰਿਤ ਵੇਲੇ ਉੱਠ ਪਿਆ ਕਰ। ਜੇ ਇਹੀ ਗੱਲ ਕਹਿਣੀ ਸੀ ਮਹਾਰਾਜ, ਫਿਰ ਮੈਂ ਤੇਰੇ ਕੋਲ ਆਉਣਾ ਹੀ ਨਹੀਂ ਸੀ, ਫਿਰ ਰਹਿਣ ਦਿੰਦਾ ਦਰਸ਼ਨ। ਮਹਾਰਾਜ ਆਪਣੇ ਕੋਲ ਨਹੀਂ ਅੰਮ੍ਰਿਤ ਵੇਲੇ ਉੱਠਿਆ ਜਾਂਦਾ। ਨੀਂਦ ਹੀ ਉਸ ਵੇਲੇ ਆਉਂਦੀ ਆ, ਸਵਾਦ ਲਈ ਨੀਂਦ, ਪਹਿਲਾਂ ਤਾਂ ਆਉਂਦੀ ਕੋਈ ਨਹੀਂ। ਮੇਰਾ ਪੁੱਤ ਨਾ 7 ਬਾਣੀਆਂ ਨਿਤਨੇਮ ਕਰਿਆ ਕਰ। ਲੈ ਵਾਹਿਗੁਰੂ ਵਾਹਿਗੁਰੂ ਨਾਲ ਨਹੀਂ ਸਰਦਾ ਪੁੱਤ, ਜੇ ਅਨਪੜ੍ਹ ਹੋਵੇਂ ਫਿਰ ਤੇ ਸਰ ਜੂ, ਤੇ ਤੂੰ ਪੜ੍ਹ ਸਕਦਾ। ਉਹ ਨਹੀਂ, ਕਿਹੜਾ ਬੈਠੇ ਹੁਣ, ਕਿਹੜਾ ਗੁਟਕਾ ਸਾਹਿਬ ਫੜੇ, ਕਿੰਨਾ ਔਖਾ ਆ। ਫਿਰ ਮਹਾਰਾਜ ਨੇ ਕਹਿਣਾ ਕਿ ਸ਼ਰਾਬ ਛੱਡ ਦੇ। ਲੈ ਜੇ ਸ਼ਰਾਬ ਹੀ ਨਹੀਂ ਪੀਣੀ, ਧਰਤੀ 'ਤੇ ਆਉਣ ਦਾ ਕੀ ਫਾਇਦਾ? ਸ਼ਰਾਬ ਪੀਣੀ, ਪਤਾ ਲੱਗੂ ਕੋਈ ਸਰਦਾਰ ਬੰਦਾ ਕਮਾਈ ਕਰਦਾ ਪਿਆ, ਫਿਰ ਬੜਕਾਂ ਮਾਰਨੀਆਂ, 5-7 ਘਰਾਂ ਨੂੰ ਡਿਸਟਰਬ ਕਰਨਾ, ਫਿਰ ਵੱਡੀਆਂ ਵੱਡੀਆਂ ਮਣਾ ਵਾਲੀਆਂ ਗਾਲਾਂ ਕੱਢਣੀਆਂ, ਸਾਰਾ ਪਰਿਵਾਰ ਸੁੱਤਿਆ ਉਠਾਉਣਾ ਆ, ਲੜਾਈ ਹੋਊਗੀ, ਫਿਰ ਹੀ ਪਤਾ ਲੱਗੂ ਇਹ ਸਰਦਾਰ ਬੰਦੇ ਆ। ਕਲਗੀਧਰ ਪਾਤਸ਼ਾਹ ਜੀ ਹੁਣ ਜੋ ਬਚਨ ਕਰਦੇ ਨੇ ਅਸੀਂ ਉਹ ਬਚਨ ਮੰਨਣੇ ਨਹੀਂ, ਤੇ ਫਿਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਨਹੀਂ ਮੰਨਣੇ। ਠੀਕ ਆ ਭਾਈ, ਜਿਹੜਾ ਮੰਨ ਜਾਏਗਾ ਉਹ ਤਰ ਜਾਏਗਾ, ਜਿਹੜਾ ਨਹੀਂ ਮੰਨੇਗਾ ਵੈਸੇ ਵੀ ਧੱਕੇ ਹੀ ਖਾਂਦਾ ਪਿਆ ਸੀ, ਹੁਣ ਧੱਕੇ ਅੱਗੇ ਤੇਰੇ ਸਾਹਮਣੇ ਹਾਜ਼ਰ ਹੈ। ਤੇ ਗੁਰੂ ਤੇ ਸਾਨੂੰ ਬਾਰ-ਬਾਰ ਫੇਰ ਫੜਦਾ, ਫਿਰ ਗਲੇ ਲਾਉਂਦਾ, ਅਸੀਂ ਫਿਰ ਥੱਲੇ ਉਤਰਦੇ ਹਾਂ। ਗੁਰੂ ਫਿਰ ਗਲੇ ਲਾਉਂਦਾ, ਅਸੀਂ ਫਿਰ ਥੱਲੇ ਉਤਰਦੇ ਹਾਂ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਪਿਤਾ ਮਿਲਣਾ ਹੀ ਕੋਈ ਨਹੀਂ। ਔਗਣ ਕੌਣ ਅਚਤਾਰ ਦਾ, ਗਲ ਛੇਤੀ ਲਾਇਕ ਨਹੀਂ, ਇਹੋ ਜਿਹਾ ਪਿਤਾ ਨਹੀਂ ਲੱਭਣਾ। ਦਾਸ ਨੇ ਇਹ ਸ਼ਬਦ ਨਹੀਂ ਵਰਤਣਾ ਕਿ ਸੰਗਰਾਂਦ ਦਾ ਮਹੀਨਾ ਭਾਗਾਂ ਵਾਲਾ ਆ ਗਿਆ। ਕੋਈ ਮਹੀਨਾ ਭਾਗਾਂ ਵਾਲਾ ਨਹੀਂ ਹੁੰਦਾ। ਇਹ ਵੀ ਸ਼ਬਦ ਨਹੀਂ ਵਰਤਣਾ ਕਿ ਜੇ ਇੱਕ ਦਿਨ ਵਾਹਿਗੁਰੂ ਵਾਹਿਗੁਰੂ ਕਰ ਲਿਆ ਤੇ 29 ਦਿਨ ਕਰਨ ਦੀ ਲੋੜ ਨਹੀਂ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਸੀਂ ਝੂਠ ਨਹੀਂ ਬੋਲ ਸਕਦੇ। ਹਰ ਸਮਾਂ ਉਹੀ ਭਾਗਾਂ ਵਾਲਾ ਹੁੰਦਾ ਹੈ ਜਦੋਂ ਹਿਰਦੇ ਵਿੱਚ ਗੁਰੂ ਕਾ ਸ਼ਬਦ ਹੋਵੇ, ਰਸਨਾ ਦੇ ਗੁਰੂ ਕਾ ਸ਼ਬਦ ਹੋਵੇ। ਸੋ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਸਾਡਾ ਜੀਵਨ ਐਸਾ ਬਣ ਜਾਏ ਨਿਤ ਦੀਵਾਲੀ ਸਾਧਕੀ 8 ਪਹਿਰ ਬਸੰਤ। ਸਾਧ ਸੰਗਤ ਜੀ, ਇਹ ਚੇਤ ਦਾ ਮਹੀਨਾ ਖੁਸ਼ੀਆਂ ਦੇ ਨਾਲ ਤਾਂ ਭਰਿਆ ਹੋਣਾ ਜੇਕਰ ਅੰਦਰ ਹਰਿਆਵਲ ਪੈਦਾ ਹੋ ਗਈ। ਤੇ ਮਹਾਰਾਜ ਜੀ ਨੇ ਜੋ ਬਚਨ ਕੀਤਾ ਹੈ ਨਾ, ਅਰਦਾਸ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਮਹਾਰਾਜ ਜੀ ਕੋਈ ਬੜੀ ਮਹਾਂਪੁਰਖ, ਕੋਈ ਪਹੁੰਚਿਆ ਹੋਇਆ ਮਹਾਂਪੁਰਖ ਜਿਹਦਾ ਬਲ ਉਸ ਅਕਾਲ ਪੁਰਖ ਦੇ ਘਰ ਤੱਕ ਪਹੁੰਚਿਆ ਹੋਵੇ, ਐਸਾ ਮਹਾਬਲੀ ਮਹਾਂਪੁਰਖ ਸਾਡੇ ਜੀਵਨ ਵਿੱਚ ਆ ਜਾਏ ਸੱਚੇ ਪਾਤਸ਼ਾਹ। ਐਸਾ ਬਲਵਾਨ ਜਿਸ ਨੂੰ ਗੁਰਬਾਣੀ ਵਿੱਚ ਲਿਖਿਆ, ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਐਸਾ ਸੂਰਮਾ ਜਿਸ ਨੇ 5 ਵਿਸ਼ੇ ਵਿਕਾਰ ਜਿੱਤ ਲਏ ਨੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਜਦੋਂ ਅਸੀਂ ਪ੍ਰੇਮ ਪੂਰਵਕ ਅਰਦਾਸ ਕਰਾਂਗੇ, ਮਹਾਰਾਜ ਜੀ ਨੇ ਮਿਲਾ ਦੇਣਾ। ਸਾਨੂੰ ਵੈਸੇ ਪਤਾ ਨਹੀਂ ਲੱਗਣਾ, ਪਰ ਮਿਲਾ ਦੇਣਾ ਹੈ। ਅਸੀਂ ਮਹਾਂਪੁਰਖਾਂ ਨੂੰ ਨਾ ਪਛਾਣੀਏ ਕੋਈ ਗੱਲ ਨਹੀਂ, ਉਹ ਮਹਾਂਪੁਰਖਾਂ ਨੇ ਸਾਨੂੰ ਬਾਰ-ਬਾਰ ਵਲੇਟ ਕੇ ਕਲਾਵੇ 'ਚ ਲੈ ਕੇ ਉਹਨੇ ਜੋੜ ਹੀ ਦੇਣਾ ਜੇ ਹੋਏਗਾ ਤਾਂ। ਨਹੀਂ ਤਾਂ ਮੇਰੇ ਵਰਗੇ ਲੱਖਾਂ ਹੀ ਤੁਰੇ ਫਿਰਦੇ ਆ, ਕਰੋੜਾਂ ਹੀ ਤੁਰੇ ਫਿਰਦੇ ਆ। ਕੋਈ ਪੂਰਨ, ਕੋਈ ਇੱਕ ਆਦੀ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਿਓ ਸਾਡੇ 'ਤੇ, ਕਿਰਪਾ ਕਰਿਓ ਮਹਾਰਾਜ ਜੀ। ਸੱਚੇ ਪਾਤਸ਼ਾਹ ਮਾਇਆ ਦੇ ਅੱਗੇ ਵਿਕ ਚੁੱਕੇ ਹਾਂ ਅਸੀਂ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸਾਡੇ 'ਤੇ ਦਇਆ ਮਿਹਰ ਵਰਤਾਓ ਸੱਚੇ ਪਾਤਸ਼ਾਹ।
महाराज जी किरपा करो महाराज, किरपा करो सच्चे पातशाह, किरपा करो। गुरसिख तरला करदा रहे। साडे कोल ते बस तरला ही है ना जी, गुरु दे चरण फड़ के ते करदे रहो तरले, करदे रहो। आओ आपां तरला करिए जी। वाहे गुरु सच्चे पातशाह कृपा करन सिख दे जीवन विच सिर्फ गुरु का शब्द ही रह जाए। नेत्र बंद करे तो गुरमंत्र दे दर्शन होण, नेत्र खोले जिधर झात मारे गुरमंत्र दे दर्शन होण। फिर गुरमंत्र प्रकाशमान हुंदा है, फिर गुरु महाराज जी का स्वरूप सामने रह जाता है। फिर गुरसिख दे नेत्रां विच गुरु महाराज जी का वो निर्गुण सरगुण स्वरूप सदीप काल वास्ते टिक जाता है। जिधर झात मारदा है उधर ही कलगीधर पातशाह, जिधर झात मारदा है उत्थे धन धन गुरु गोबिंद सिंह महाराज, जिधर देखदा है उत्थे ही धन गुरु नानक देव सच्चे पातशाह, जिधर झात मारदा। सारी सृष्टि सारी कायनात गुरु का चित्र बन जाती है, प्यारे का चित्र बन जाती है। भुलां चुकां दी खिमा जी, समूह संगत बख्श लियो। बंदगी विच जुड़ जाइए, बंदगी विच जुड़ जाइए, गुरु की आग्या च आ जाइए, फिर ही जीवन सफल है जी, फिर ही जीवन सफल है। जे तां काम धंधे करके तुहाडा अंदर साडा अंदर रोशन हो गया, जे काम धंधे करके रब मिल गया, फिर लोड़ नहीं गुरु का सिमरन करन दी, फिर लोड़ नहीं सिमरन करना। जद नहीं रोशन होया, अंदर भटकदा पिया, नहीं टिकदा, तो गुरु महाराज जी तो बिना कोई दूसरा ऑप्शन ही नहीं है। सच्चे पातशाह जी सानू फिर समझाउंदे ने, की समझाउंदे ने कि भाई बंदगी ही सब तो अहम दात है उस मालिक दी। मता किते तू गुरु के चरनां दे विच जुड़ के ते इस दात नू कमा लवे। भुलां चुकां दी खिमा, समूह संगत बख्श लियो जे बख्शदे हो। आओ अंतलियां पंक्तियां पढ़दे होए समाप्ति करन दा यतन करिए। हर दर्शन को मन लोचदा, नानक प्यास मना। वाहिगुरू चेत मिलाए सो प्रभु, वाहिगुरू तिस कै पाए लगा। वाहिगुरू हर दर्शन को मन लोचदा, वाहिगुरू नानक प्यास मना। वाहिगुरू चेत मिलाए सो प्रभु, तिस कै पाए लगा। वाहिगुरू जी का खालसा, वाहिगुरू जी की फतेह।